ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਸਾਹਿਬ ਜੀ। ਕਿਉ ਕਹੋ ਕ੍ਰਿਸ਼ਨ ਕਿਰਪਾ ਨਦ ਹੈ, ਕਿਹ ਕਾਜ ਤੇ ਬਦਕ ਬਾਣ ਲਗਾਇਓ। ਵਾਹਿਗੁਰੂ। ਔਰ ਕੋਲੀਨ ਉਧਾਰਤ ਜੋ, ਕਿਹ ਤੇ ਆਪਣੋ ਕੁਲ ਨਾਸ ਕਰਾਇਓ। ਆਦ ਅਜੋਨ ਕਹਾਏ ਕਹੋ, ਕਿਮ ਦੇਵਕ ਕੇ ਜਠਰੰਤਰ ਆਇਓ। ਤਾਤ ਨਾ ਮਾਤ ਕਹੈ ਜਿਹ ਕੋ, ਤਿਹ ਕਿਉ ਬਸੁਦੇਵਹਿ ਬਾਪ ਕਹਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਬੜੀ ਬਖਸ਼ਿਸ਼ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜੇ ਹਨ। ਅੰਮ੍ਰਿਤ ਬਾਣੀ ਸਤਿਗੁਰਾਂ ਦੀ ਗੁਰੂ ਕੇ ਸਿੱਖਾਂ ਨੇ ਕੀਰਤਨ ਦੁਆਰਾ ਗਾਇਨ ਕੀਤੀ ਹੈ ਔਰ ਭਾਈ ਸਾਹਿਬ ਭਾਈ ਨਵਪ੍ਰੀਤ ਸਿੰਘ ਜੀ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਹਾਨ ਸ਼ਹੀਦੀ ਸਾਕੇ ਬਾਰੇ ਆਪ ਜੀ ਨੂੰ ਗੁਰਮੁਖੀ ਅੱਖਰਾਂ ਵਿੱਚ ਵੀ ਅਤੇ ਇੰਗਲਿਸ਼ ਭਾਸ਼ਾ ਵਿੱਚ ਵੀ ਬੜੇ ਸੋਹਣੇ ਢੰਗ ਦੇ ਨਾਲ ਵਿਸਥਾਰ ਸਹਿਤ ਇਤਿਹਾਸ ਸੁਣਾਇਆ ਹੈ। ਗੁਰੂ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਗਿਆਨੀ ਜੀ ਬਹੁਤ ਵਿਦਵਾਨ ਹਨ। ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਵਿਸ਼ਵ ਭਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਗੁਰ ਅਵਤਾਰ ਜਿਹੜੇ ਹਨ ਉਹਨਾਂ ਦਾ ਜੋ ਮਿਸ਼ਨ ਹੈ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕੋ ਹੀ ਮਿਸ਼ਨ ਹੈ ਕਿ ਦੁਨੀਆ ਦਾ, ਸੰਸਾਰ ਦਾ, ਪ੍ਰਾਣੀ ਮਾਤਰ ਦਾ, ਹਰ ਇਨਸਾਨ ਦਾ ਭਲਾ ਹੋਵੇ। ਇਸ ਸੰਸਾਰ ਵਿੱਚ ਵੀ ਭਲਾ ਹੋਵੇ ਤੇ ਪਰਲੋਕ ਵਿੱਚ ਵੀ ਭਲਾ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਸਤਿਕਾਰਯੋਗ ਗਿਆਨੀ ਦਲਬੀਰ ਸਿੰਘ ਜੀ ਨੇ ਸੰਖੇਪ ਦੇ ਸ਼ਬਦਾਂ ਵਿੱਚ ਆਪ ਜੀ ਨੂੰ ਦੱਸਿਆ ਹੈ। ਸੋ ਪਿਆਰੀ ਸਾਧ ਸੰਗਤ ਜੀ, ਹਰ ਰੋਜ਼ ਸ਼ਾਮ ਦੇ ਦੀਵਾਨ ਸਜਦੇ ਨੇ। ਆਪ ਜੀ ਆਪਣੇ ਕੰਮਾਂ ਕਾਰਾਂ ਵਿੱਚੋਂ ਸਮਾਂ ਕੱਢ ਕੇ ਆਉਂਦੇ ਹੋ, ਵੱਡੇ ਭਾਗਾਂ ਵਾਲੇ ਹੋ। ਕਈ ਪ੍ਰੇਮੀ ਪੁੱਛਦੇ ਹਨ ਵੀ ਸੰਗਤ ਥੋੜ੍ਹੀ ਕਿਉਂ ਹੁੰਦੀ ਹੈ। ਸਾਧ ਸੰਗਤ ਜੀ, ਸੰਗਤ ਬਹੁਤ ਹੁੰਦੀ ਹੈ ਕਿਉਂਕਿ ਭਾਈ ਗੁਰਦਾਸ ਜੀ ਨੇ ਕਿਹਾ ਹੈ, ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਇੱਕ ਗੁਰੂ ਦਾ ਸਿੱਖ ਹੋਵੇ ਉਹਨੂੰ ਸਿੱਖ ਕਹਿੰਦੇ ਹੈ। ਜੇ ਦੋ ਰਲ ਜਾਣ, ਇੱਕ ਕਥਾ ਕਰਨ ਵਾਲਾ ਹੋਵੇ ਇੱਕ ਸੁਣਨ ਵਾਲਾ ਹੋਵੇ ਤੇ ਸਾਧ ਸੰਗਤ ਬਣ ਜਾਂਦੀ ਹੈ। ਜੇ ਪੰਜ ਹੋ ਜਾਣ ਤੇ ਪੰਜਾਂ 'ਚ ਪਰਮੇਸ਼ਰ ਵਰਤ ਜਾਂਦਾ ਹੈ। ਜੇ ਪੰਜਾਂ ਤੋਂ ਵੀ ਜ਼ਿਆਦਾ ਹੋ ਜਾਣ ਤਾਂ ਉਹਦੀ ਕਥਾ ਕਹੀ ਨਹੀਂ ਜਾ ਸਕਦੀ। ਸੋ ਭਾਈ, ਸਰੀਰਾਂ ਦੀ ਗਿਣਤੀ ਨਹੀਂ ਹੁੰਦੀ, ਸੁਰਤੀ ਦਾ ਲਾਭ ਲੈਣ ਵਾਲੇ ਚਾਹੀਦੇ ਹੈ। ਥੋੜ੍ਹੇ ਵੀ ਬਹੁਤ ਹੁੰਦੇ ਹੈ। ਜਿਹੜੀ ਦਸਮੇਸ਼ ਪਿਤਾ ਜੀ ਦੀ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਬਹੁਤ ਮਹਿੰਗੀ ਹੈ ਔਰ ਮਹਿੰਗੀ ਚੀਜ਼ ਦੇ ਗਾਹਕ ਹਮੇਸ਼ਾ ਥੋੜ੍ਹੇ ਹੁੰਦੇ ਹੈ। ਸੋਨੇ ਦੀ ਦੁਕਾਨ ਦੇ ਉੱਤੇ ਖਾਲਸਾ ਜੀ ਕਦੀ ਕਦੀ ਗਾਹਕ ਆਉਂਦੇ ਆ, ਸਬਜ਼ੀ ਮੰਡੀ 'ਚ ਰੋਜ਼ ਆਉਂਦੇ ਆ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਸੁਣਨ ਵਾਲੇ ਬਹੁਤੇ ਨਹੀਂ ਚਾਹੀਦੇ, ਥੋੜ੍ਹੇ ਹੀ ਚਾਹੀਦੇ ਹਨ। ਮਹਾਰਾਜ ਦਾ ਬਚਨ ਹੈ, ਜੋ ਤੁਧ ਸੱਚ ਤੇ ਆਇੰਦੇ ਸੇ ਵਿਰਲੇ ਥੋੜ੍ਹੇ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗਾਹਕ ਹਨ, ਵਾਹਿਗੁਰੂ ਦੇ ਆਸ਼ਿਕ ਹਨ, ਵਿਰਲੇ ਹਨ। ਹੈਨ ਵਿਰਲੇ ਨਾਹੀ ਘੜੇ ਫੈਲ ਫੱਕੜ ਸੰਸਾਰ। ਆਪ ਜੀ ਜਿਹੜੇ ਵੀ ਭਾਈ ਗੁਰੂ ਕੇ ਚਰਨਾਂ 'ਚ ਆਉਂਦੇ ਹੋ, ਇਹ ਹੀ ਸਮਝੋ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਬਾਣੀ ਦਾ ਗਾਹਕ ਬਣਾਇਆ ਹੈ। ਇਹ ਗੁਰੂ ਸਾਹਿਬ ਦੀ ਰਹਿਮਤ, ਬਖਸ਼ਿਸ਼, ਕਿਰਪਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਮਹਾਰਾਜ ਜੀ ਨੇ ਇਸ ਬਾਣੀ ਦੇ ਵਿੱਚ ਸ਼ੁਰੂਆਤ ਵਿੱਚ ਪ੍ਰਮਾਤਮਾ ਦੇ, ਵਾਹਿਗੁਰੂ ਦੇ ਬੇਅੰਤ ਗੁਣ ਗਾਏ ਹਨ। ਮਹਾਰਾਜ ਕਹਿੰਦੇ, ਭਾਈ ਸਭ ਤੋਂ ਵੱਡਾ ਉਹੀ ਹੈ। ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਅਸੀਂ ਉਸ ਨੂੰ ਛੱਡ ਕੇ ਕਿਸੇ ਦੇਵੀ ਦੇਵਤਾ ਦਾ ਉਪਾਸਕ ਨਹੀਂ ਬਣਨਾ। ਜਿੰਨੇ ਵੀ ਦੇਵੀ ਦੇਵਤੇ ਹਨ, ਆਪਣੀ ਆਪਣੀ ਥਾਂ 'ਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ।
ਜਿਵੇਂ ਖਾਲਸਾ ਜੀ ਬਿਜਲੀ ਇੱਕੋ ਹੀ ਹੈ, ਪਰੰਤੂ ਬਿਜਲੀ ਦੇ ਉਪਕਰਨ ਜਿਹੜੇ ਹਨ ਉਹ ਬਹੁਤ ਹਨ। ਜਿਵੇਂ ਬਿਜਲੀ ਦੇ ਨਾਲ ਪੱਖੇ ਵੀ ਚੱਲ ਰਹੇ ਨੇ, ਕੂਲਰ ਵੀ ਚੱਲ ਰਹੇ ਨੇ, ਟਿਊਬਾਂ ਵੀ ਚੱਲ ਰਹੀਆਂ ਨੇ, ਬਲਬ ਵੀ ਚੱਲ ਰਹੇ ਨੇ, ਕੱਪੜੇ ਪ੍ਰੈਸ ਕਰਨ ਵਾਲੀ, ਕੱਪੜੇ ਵਾਸ਼ ਕਰਨ ਵਾਲੀ ਮਸ਼ੀਨ ਵੀ ਚੱਲ ਰਹੀ ਹੈ। ਘਰ ਦੇ ਵਿੱਚ ਫਰਿੱਜ ਵੀ ਚੱਲ ਰਿਹਾ ਹੈ, ਔਰ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਘਰ ਦੇ ਵਿੱਚ ਚੱਲ ਰਹੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਮਸ਼ੀਨਾਂ ਨੇ ਜਿਹੜੀਆਂ ਫੈਕਟਰੀਆਂ ਵਿੱਚ ਚੱਲ ਰਹੀਆਂ ਨੇ। ਰੇਲਾਂ ਵੀ ਚੱਲ ਰਹੀਆਂ ਨੇ। ਅੱਜ ਕੱਲ੍ਹ ਮੈਂ ਦੇਖਿਆ ਬੱਸਾਂ ਵੀ ਬਿਜਲੀ ਨਾਲ ਚੱਲ ਰਹੀਆਂ ਨੇ। ਪਰ ਬਿਜਲੀ ਤਾਂ ਇੱਕੋ ਹੀ ਹੈ, ਬਿਜਲੀ ਤਾਂ ਦੋ ਨਹੀਂ ਹਨ। ਕਰੰਟ ਤਾਂ ਇੱਕੋ ਹੀ ਹੈ, ਉਹ ਪਾਵਰ ਤਾਂ ਇੱਕੋ ਹੀ ਹੈ। 33 ਕਰੋੜ ਦੇਵਤੇ ਆਪਣੀ ਆਪਣੀ ਡਿਊਟੀ ਕਰ ਰਹੇ ਨੇ। ਚੰਦ, ਸੂਰਜ, ਧਰਤੀ, ਆਕਾਸ਼, ਪਵਨ, ਪਾਣੀ ਸਭ ਦੇਵਤੇ ਨੇ, ਆਪਣੀ ਆਪਣੀ ਡਿਊਟੀ ਕਰ ਰਹੇ ਨੇ। ਪਰ ਜਿਹੜੀ ਵਿੱਚ ਸ਼ਕਤੀ ਹੈ, ਵੱਡੀ ਊਰਜਾ ਹੈ, ਵੱਡੀ ਪਾਵਰ ਹੈ, ਵੱਡੀ ਤਾਕਤ ਹੈ, ਉਹ ਤਾਂ ਦੇਵਾਨ ਦੇਵ ਦੀ ਹੈ, ਉਹ ਅਕਾਲ ਪੁਰਖ ਦੀ ਹੈ। ਦੇਵਾਨ ਦੇਵ ਉਪਮਾ ਮਹਾਨ, ਉਹਦੀ ਉਪਮਾ ਮਹਾਨ ਹੈ। ਅਸੀਂ ਉਹਨੂੰ ਛੱਡ ਕੇ ਜੇ ਕੋਈ ਬੰਦਾ ਬਿਜਲੀ ਨੂੰ ਛੱਡ ਕੇ ਬਲਬ ਦੀ ਪੂਜਾ ਕਰਨ ਲੱਗ ਜਾਵੇ, ਟਿਊਬਾਂ ਦੀ ਪੂਜਾ ਕਰਨ ਲੱਗ ਜਾਵੇ, ਫਰਿੱਜ ਦੀ ਪੂਜਾ ਕਰਨ ਲੱਗ ਜਾਵੇ, ਸਿਆਣੇ ਕਹਿਣਗੇ ਇਹਦੇ 'ਚ ਤਾਕਤ ਨਹੀਂ ਹੈ, ਇਹਦੇ ਪਿੱਛੇ ਤਾਕਤ ਹੈ। ਪਿਛਲੀ ਤਾਕਤ ਜਿਹੜੀ ਹੈ, ਮੇਨ ਪਾਵਰ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ, ਉਹਨੂੰ ਸਮਝੋ। ਪਰ ਹੋਇਆ ਕਿ ਲੋਕ ਜਿਹੜੇ ਨੇ ਉਹ ਬਲਬਾਂ ਟਿਊਬਾਂ ਨੂੰ ਹੀ ਦੇਵੀਆਂ ਦੇਵਤੇ ਮੰਨ ਕੇ ਪੂਜਣ ਲੱਗ ਪਏ, ਉਸ ਮਹਾਸ਼ਕਤੀ ਨੂੰ ਭੁੱਲ ਗਏ। ਹੁਣ ਇਹ ਤਾਂ ਪਤਾ ਹੋਣਾ ਚਾਹੀਦਾ, ਜੇ ਬਿਜਲੀ ਚਲੀ ਜਾਵੇ, ਕਰੰਟ ਚਲਾ ਜਾਵੇ, ਬਲਬ ਭਾਵੇਂ ਕਿੱਡਾ ਵੱਡਾ ਹੋਵੇ ਨਹੀਂ ਕੰਮ ਕਰੇਗਾ। ਟਿਊਬ ਜਿੰਨੀ ਮਰਜ਼ੀ ਮਹਿੰਗੀ ਹੋਵੇ ਨਹੀਂ ਜਗੇਗੀ। ਪੱਖਾ ਜਿੰਨਾ ਮਰਜ਼ੀ ਵਧੀਆ ਹੋਵੇ ਹਵਾ ਨਹੀਂ ਦੇਵੇਗਾ। ਫਰਿੱਜ ਜਿੰਨਾ ਮਰਜ਼ੀ ਮਹਿੰਗਾ ਹੋਵੇ, ਜੇ ਬਿਜਲੀ ਨਹੀਂ ਹੈ ਤੇ ਉਹ ਘਰ ਦੇ ਸਮਾਨ ਨੂੰ ਠੰਡਾ ਨਹੀਂ ਕਰੇਗਾ, ਖਾਣ ਪੀਣ ਦੇ ਪਦਾਰਥਾਂ ਨੂੰ। ਕੂਲਰ ਜਾਂ ਏਸੀ ਨਹੀਂ ਚੱਲੇਗਾ ਜੇ ਬਿਜਲੀ ਨਾ ਹੋਵੇਗੀ। ਇਹ ਸੂਰਜ ਦੀ ਪੂਜਾ ਕਰਨ ਵਾਲੇ, ਚੰਦਰਮਾ ਦੀ ਪੂਜਾ ਕਰਨ ਵਾਲੇ, ਦੇਵੀਆਂ ਦੀ ਪੂਜਾ ਕਰਨ ਵਾਲੇ, ਦੇਵਤਿਆਂ ਦੀ ਪੂਜਾ ਕਰਨ ਵਾਲੇ ਭੁੱਲ ਗਏ ਕਿ ਅਕਾਲ ਪੁਰਖ ਵੀ ਹੈ, ਉਹ ਪਰਮੇਸ਼ਰ ਵੀ ਹੈ ਵੱਡਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਯਾਦ ਕਰਾ ਰਹੇ ਨੇ। ਕਹਿੰਦੇ ਜਿਹੜਾ ਸਭ ਤੋਂ ਵੱਡਾ, ਤੁਸੀਂ ਉਹਨੂੰ ਕਿਉਂ ਭੁੱਲਦੇ ਹੋ? ਉਹਦੇ ਬਣਾਏ ਹੋਇਆਂ ਨੂੰ ਤਾਂ ਪੂਜੀ ਜਾਂਦੇ ਹੋ, ਬਣਾਉਣ ਵਾਲੇ ਨੂੰ ਛੱਡੀ ਬੈਠੇ ਹੋ। ਸੋ ਇੱਥੇ ਅੱਜ ਮਹਾਰਾਜ ਜੀ ਨੇ ਉਹਨਾਂ ਭਰਮਾਂ ਵਿੱਚ ਪਏ ਹੋਏ ਲੋਕਾਂ ਨੂੰ ਕੁਝ ਬਚਨ ਸੁਣਾਏ ਨੇ। ਐਸੇ ਬਚਨ ਸੁਣਾਏ ਨੇ ਕਿ ਉਹਨਾਂ ਦੀ ਸੁਰਤ ਨੂੰ ਉੱਪਰ ਲੈ ਗਏ ਨੇ। ਤੇ ਆਓ ਆਪਾਂ ਵੀ ਸੁਣੀਏ ਸਤਿਗੁਰਾਂ ਦੇ ਬਚਨ, 10ਵੇਂ ਪਾਤਸ਼ਾਹ ਕਲਗੀਧਰ ਜੀ ਦੇ। ਇੱਥੇ ਇਹ ਨਾ ਸਮਝ ਲੈਣਾ ਵੀ ਕਿਸੇ ਅਵਤਾਰ ਦੀ, ਕਿਸੇ ਮਹਾਂਪੁਰਸ਼ ਦੀ ਨਿੰਦਾ ਕੀਤੀ ਹੈ। ਕਿਸੇ ਵੀ ਮਹਾਂਪੁਰਸ਼ ਦੀ ਗੁਰੂ ਸਾਹਿਬ ਨਿੰਦਾ ਨਹੀਂ ਕਰਦੇ। ਇਹ ਗੱਲ ਬਾਣੀ ਤੋਂ ਸਿੱਧ ਹੁੰਦੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਗੁਰਬਾਣੀ ਦਾ ਸਿਧਾਂਤ ਹੀ ਹੈ। ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ, ਨਿੰਦਣਾ ਨਹੀਂ। ਪਰ ਉਹਦੀ ਸੁਰਤ ਜੇ ਕਿਤੇ ਰੁਕ ਗਈ ਹੈ ਨੇ ਤੇ ਉਹਨੂੰ ਅੱਗੇ ਚਲਾਉਣ ਵਾਸਤੇ ਸਮਝਾਉਣਾ ਪੈਂਦਾ ਵੀ ਭਾਈ ਇੱਦਾਂ ਨਹੀਂ, ਗੱਲ ਇੱਦਾਂ ਹੈ। ਆਖੋ ਸ੍ਰੀ ਵਾਹਿਗੁਰੂ। ਸੋ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਮਹਾਂਪੁਰਸ਼ਾਂ ਅਵਤਾਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਤੋਂ ਵੱਡੇ ਨੂੰ ਵੀ ਮੰਨੋ, ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਜਿਨ੍ਹਾਂ ਨੇ, ਜਿਸ ਅਕਾਲ ਪੁਰਖ ਨੇ ਇਹਨਾਂ ਮਹਾਂਪੁਰਸ਼ਾਂ ਨੂੰ ਦੁਨੀਆ ਦੇ ਭੇਜਿਆ, ਤੁਸੀਂ ਉਸ ਅਕਾਲ ਪੁਰਖ ਦੇ ਪੁਜਾਰੀ ਬਣੋ। ਸੋ ਪਿਆਰ ਵਿੱਚ ਆਓ ਸਾਰੀ ਸੰਗਤ, ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਮਾਈ ਭਾਈ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ। ਮਹਾਰਾਜ ਜੀ ਕਹਿੰਦੇ ਹੈ ਕਿ ਆ ਕ੍ਰਿਸ਼ਨ ਦੇ ਮੰਨਣ ਵਾਲੇ ਹੋ, ਭਗਵਾਨ ਸ੍ਰੀ ਕ੍ਰਿਸ਼ਨ ਦੀ ਤੁਸੀਂ ਉਪਾਸਨਾ ਕਰਦੇ ਹੋ ਤੇ ਬਾਕੀ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਹੋ। ਕੱਲ ਵੀ ਵਿਚਾਰ ਹੋਈ ਸੀ ਕਿ ਇਹ ਮਹਾਰਾਜ ਨੇ ਬਚਨ ਉਹਨਾਂ ਨੂੰ ਕਹੇ ਨੇ ਜਿਹੜੇ ਇਕੱਲੇ ਹੀ ਕ੍ਰਿਸ਼ਨ ਨੂੰ ਰੱਬ ਮੰਨ ਕੇ ਬਹਿ ਗਏ ਤੇ ਬਾਕੀਆਂ ਦੀ ਨਿੰਦਾ ਕਰਨ ਲੱਗ ਪਏ। ਇੱਥੇ ਤਾਂ ਆਪਾਂ ਨੂੰ ਨਹੀਂ ਪਤਾ, ਪਰ ਕਦੀ ਤੁਸੀਂ ਜਿਹੜੀਆਂ ਸਨਾਤਨ ਧਰਮ ਦੀਆਂ ਸੰਪਰਦਾਵਾਂ ਨੇ ਉਹਨਾਂ ਦੇ ਵਿੱਚ ਜਾ ਕੇ ਬੈਠੋ ਨਾ, ਉੱਥੇ ਜਾ ਕੇ ਪਤਾ ਲੱਗਦਾ। ਕਦੀ ਕੁੰਭ ਦੇ ਮੇਲੇ ਤੇ ਜਾਈਏ ਨਾ, ਉੱਥੇ ਵੱਖਰੇ ਵੱਖਰੇ ਡੇਰੇ ਲਾਏ ਹੁੰਦੇ ਆ।
ਬੈਰਾਗੀਆਂ ਦੇ, ਸੰਨਿਆਸੀਆਂ ਦੇ, ਜੋਗੀਆਂ ਦੇ, ਜੰਗਮਾਂ ਦੇ ਬੜੇ ਬੜੇ ਵੱਡੇ ਅਖਾੜੇ ਹੁੰਦੇ ਤੇ ਉਹਨਾਂ ਦੀ ਆਪਸ 'ਚ ਡਾਂਗ ਵੀ ਬੜੀ ਖੜਕਦੀ ਹੈ। ਨਾਗੇ ਸਾਧ ਕਹਿੰਦੇ ਹਮ ਸਭ ਤੋਂ ਬੜੇ ਹੈ, ਹਮ ਸਵੇਰੇ ਪਹਿਲੇ ਨਹਾਏਂਗੇ। 4 ਵਜੇ ਉਹ ਜਾ ਕੇ ਗੰਗਾ ਦੇ ਨਹਾਉਣ ਦੀ ਖਲੋ ਜਾਂਦੇ। ਸੰਨਿਆਸੀ ਕਹਿੰਦੇ ਅਸੀਂ ਕਿਹੜਾ ਘੱਟ ਹਾਂ, ਅਸੀਂ ਹਮ ਪਹਿਲੇ ਨਹਾਏਂਗੇ। ਬੈਰਾਗੀ ਕਹਿੰਦੇ ਹਮ ਵੀ ਬੜੇ ਹੈ, ਹਮ ਨਹਾਏਂਗੇ। ਉਦਾਸੀ ਆਪਣਾ ਟੋਲਾ ਲੈ ਕੇ ਆ ਜਾਂਦੇ, ਸਾਰੇ ਉੱਥੇ ਲੜਨ ਨੂੰ ਤਿਆਰ ਹੁੰਦੇ ਆ। ਫਿਰ ਪ੍ਰਸ਼ਾਸਨ ਨੂੰ, ਪੁਲਿਸ ਨੂੰ, ਸਰਕਾਰ ਨੂੰ ਨਾ ਉੱਥੇ ਪਹਿਲਾਂ ਬੜਾ ਬੰਦੋਬਸਤ ਕਰਨਾ ਪੈਂਦਾ। ਜਿੰਨੇ ਸਾਧ ਹੁੰਦੇ ਉਨੀ ਪੁਲਿਸ ਪਹੁੰਚੀ ਹੁੰਦੀ ਹੈ। ਉਹ ਫਿਰ ਉਹਨਾਂ ਦੀ ਨਾ ਜਿਹੜੇ ਉੱਥੋਂ ਦੇ ਮੇਲੇ ਦੇ ਇੰਚਾਰਜ ਅਫਸਰ ਹੁੰਦੇ ਆ, ਉਹ ਵਾਰੀ ਬੰਨ੍ਹ ਦਿੰਦੇ ਆ ਵੀ ਇੰਨੇ ਵਜੇ ਫਲਾਣੀ ਸੰਪਰਦਾ ਨਹਾਏਗੀ, ਇੰਨੇ ਵਜੇ ਫਲਾਣੇ ਨਹਾਉਣਗੇ। ਨਾਗੇ ਕਹਿੰਦੇ ਹਾਂ ਅਸੀਂ ਸਭ ਤੋਂ ਪਹਿਲਾਂ ਨਹਾਉਣਾ। ਉਹ ਸਵੇਰੇ 4 ਵਜੇ ਪਹੁੰਚ ਜਾਂਦੇ। ਹਮ ਬੜੇ ਹੈ, ਹਮ ਬੜੇ ਹੈ, ਇਹ ਬਿਮਾਰੀ ਹੈ। ਖਾਲਸਾ ਜੀ ਇਹ ਇਕੱਲੇ ਹਿੰਦੂਆਂ 'ਚ ਨਹੀਂ, ਅੱਜ ਸਾਡੇ ਸਿੱਖਾਂ 'ਚ ਵੀ ਇਹੀ ਹਾਲ ਹੈ। ਉੱਦਾਂ ਭਾਵੇਂ ਅਸੀਂ ਮੂੰਹ ਤੋਂ ਨਾ ਕਹੀਏ, ਘਾਟ ਕੋਈ ਨਹੀਂ ਕਹਾਉਂਦਾ। ਮਹਾਰਾਜ ਕਹਿੰਦੇ ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਅਸੀਂ ਵੱਡੇ ਹਾਂ, ਸਾਡੇ ਮਹਾਂਪੁਰਸ਼ ਵੱਡੇ ਆ, ਦੂਜਿਆਂ ਦੇ ਮਹਾਂਪੁਰਸ਼ ਛੋਟੇ ਆ। ਇਹ ਸਾਡੇ 'ਚ ਵੀ ਹੈ। ਜਿਹੜੇ ਕ੍ਰਿਸ਼ਨ ਨੂੰ ਮੰਨਣ ਵਾਲੇ ਉਹ ਕਹਿੰਦੇ ਰਾਮ ਉਹ ਕੀ ਹੈ, ਕੁਛ ਵੀ ਨਹੀਂ। ਸਾਡਾ ਭਗਵਾਨ ਕ੍ਰਿਸ਼ਨ 16 ਕਲਾ ਹੈ, ਰਾਮ ਤੇ 14 ਕਲਾ। 2 ਕਲਾ ਪਿੱਛੇ ਲੜੀ ਜਾਂਦੇ ਆ। ਰਾਮ ਦੀਆਂ 14 ਨੇ, ਸਾਡੇ ਦੀਆਂ 16 ਨੇ। ਉਹ ਜਿਹੜੇ ਰਾਮ ਨੂੰ ਮੰਨਣ ਵਾਲੇ ਨੇ ਉਹ ਕ੍ਰਿਸ਼ਨ ਤੇ ਦੋਸ਼ ਲਾਈ ਜਾਂਦੇ ਆ। ਉਹ ਕਹਿੰਦੇ ਜਾਣਦੇ ਆ ਤੁਹਾਡਾ ਕ੍ਰਿਸ਼ਨ, ਉਹਨੇ ਤੇ 16,000 ਗੋਪੀਆਂ ਰੱਖੀਆਂ ਹੋਈਆਂ ਸੀ, ਸਾਡਾ ਤਾਂ ਇੱਕੋ ਹੀ ਸੀਗਾ, ਉਹਨੇ ਇੱਕੋ ਸੀਤਾ ਨਾਲ ਹੀ ਵਿਆਹ ਕਰਾਇਆ ਸੀ। ਹਾਲਾਂਕਿ ਇਹ ਵੀ ਪਤਾ ਹੈ ਵੀ ਭਗਵਾਨ ਵਿਸ਼ਨੂੰ ਦਾ ਹੀ 2ਵੇਂ ਅਵਤਾਰ ਨੇ, ਰਾਮ ਵੀ ਤੇ ਕ੍ਰਿਸ਼ਨ ਵੀ। ਪਰ ਫਿਰ ਵੀ ਡੰਗ ਸੋਟਾ ਹੈ, ਫਿਰ ਵੀ ਬੇਸਮਝੀ ਸਾਡੇ 'ਚ ਵੀ ਹੈ। ਉਹ ਕਹਿੰਦੇ ਅਸੀਂ ਗੁਰੂ ਨਾਨਕ ਨੂੰ ਮੰਨਦੇ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ। ਹਾਲਾਂਕਿ ਸਭ ਨੂੰ ਪਤਾ ਵੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਇੱਕੋ ਹੀ ਹੈ। ਫਿਰ ਵੀ ਦਿਮਾਗ ਦੇ 'ਚ ਕੀੜਾ ਇਨਸਾਨ ਦੇ ਵੱਖਰਾ ਵੱਖਰਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕ੍ਰਿਸ਼ਨ ਨੂੰ ਮੰਨਣ ਵਾਲਿਓ, ਜੇ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਕਿਰਪਾ ਨਿਧ ਹੈ, ਕ੍ਰਿਸ਼ਨ ਬੜਾ ਕਿਰਪਾਲੂ ਤੇ ਦਿਆਲੂ ਹੈ, ਫਿਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਾਜ ਤੇ ਬੱਧਕ ਬਾਣ ਲਗਾਇਓ। ਭਗਵਾਨ ਕ੍ਰਿਸ਼ਨ ਨੂੰ ਬੱਧਕ ਨੇ, ਸ਼ਿਕਾਰੀ ਨੇ ਤੀਰ ਕਿਉਂ ਮਾਰਿਆ ਸੀ? ਇਹ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੀ ਹੈ। ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਦੁਰਭਾਸ਼ਾ ਰਿਸ਼ੀ ਦੇ, ਕਿਉਂਕਿ ਦੁਰਭਾਸ਼ਾ ਜਿਹੜਾ ਸੀ ਉਹ ਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਸੀਗਾ। 2 ਗੁਰੂ ਹੋਏ ਨੇ ਭਗਵਾਨ ਕ੍ਰਿਸ਼ਨ ਦੇ, ਇੱਕ ਵਿਦਿਆ ਗੁਰੂ, ਇੱਕ ਅਧਿਆਤਮ ਗੁਰੂ। ਵਿਦਿਆ ਗੁਰੂ ਸੰਦੀਪਨ ਸਨ, ਜਿਨ੍ਹਾਂ ਦੇ ਕੋਲ ਰਹਿ ਕੇ ਕ੍ਰਿਸ਼ਨ ਜੀ ਮਹਾਰਾਜ ਬਚਪਨ 'ਚ ਵਿਦਿਆ ਪੜ੍ਹਿਆ ਕਰਦੇ ਸਨ। ਕ੍ਰਿਸ਼ਨ ਜੀ ਨੇ ਉੱਥੇ ਰਹਿ ਕੇ ਵਿਆਕਰਨ, ਜੋਤਿਸ਼, ਨਿਰੁਕਤ, ਪਿੰਗਲ ਸਭ ਤਰ੍ਹਾਂ ਦੀ ਵਿਦਿਆ ਪੜ੍ਹ ਕੇ, 4 ਵੇਦ ਸ਼ਾਸਤਰਾਂ ਦੀ, ਸਿਮਰਤੀਆਂ ਦੀ, ਪੁਰਾਣਾਂ ਦੀ ਵਿਦਿਆ ਪੜ੍ਹ ਕੇ ਨਿਪੁੰਨਤਾ ਹਾਸਲ ਕੀਤੀ। ਉਹ ਸੰਦੀਪਨ ਗੁਰੂ ਸੀ। ਪਰੰਤੂ ਜਿਨ੍ਹਾਂ ਕੋਲੋਂ ਅਧਿਆਤਮ ਵਿਦਿਆ ਲਈ ਆਪਣਾ ਗੁਰੂ ਬਣਿਆ ਉਹ ਸੀ ਦੁਰਭਾਸ਼ਾ ਰਿਸ਼ੀ। ਦੁਰਭਾਸ਼ਾ ਦਾ ਸੁਭਾਅ ਬੜਾ ਕੌੜਾ ਸੀਗਾ। ਤੇ ਇੱਕ ਵਾਰੀ ਇਹਨਾਂ ਭਗਵਾਨ ਕ੍ਰਿਸ਼ਨ ਜੀ ਦੇ ਜਿਹੜੇ ਪਰਿਵਾਰ ਦੇ ਬੱਚੇ ਸਨ, ਨੌਜਵਾਨ ਰਾਜਕੁਮਾਰ ਸਨ, ਇਹਨਾਂ ਨੂੰ ਮਜ਼ਾਕ ਸੁਝਿਆ। ਇਹਨਾਂ ਨੇ ਪ੍ਰਦੁਮਨ ਜੋ ਕ੍ਰਿਸ਼ਨ ਜੀ ਦਾ ਬੇਟਾ ਸੀ ਉਹਨੂੰ ਲੜਕੀਆਂ ਵਾਲੇ ਕੱਪੜੇ ਪਵਾਏ ਤੇ ਉਹਦੇ ਪੇਟ ਦੇ ਉੱਤੇ ਬਾਟੀ ਬੰਨ੍ਹ ਦਿੱਤੀ। ਬਾਟੀ ਬੰਨ੍ਹ ਕੇ, ਤਸਲਾ ਬੰਨ੍ਹ ਕੇ ਤੇ ਕੁੜੀਆਂ ਵਾਲੇ ਕੱਪੜੇ ਪਵਾ ਕੇ, ਕੁੜੀਆਂ ਦੀ ਤਰ੍ਹਾਂ ਕੇਸ ਪਿਛਾਂ ਨੂੰ ਕਰਕੇ ਲੈ ਗਏ ਦੁਰਭਾਸ਼ੇ ਨੂੰ। ਮੱਥਾ ਟੇਕ ਕੇ ਕਹਿਣ ਲੱਗੇ, ਗੁਰੂ ਜੀ ਆਹ ਲੜਕੀ ਦੇ ਘਰ ਬੱਚਾ ਹੋਣਾ, ਦੱਸੋ ਮੁੰਡਾ ਹੋਵੇਗਾ ਕੁੜੀ ਹੋਵੇਗੀ? ਦੁਰਭਾਸ਼ਾ ਸਮਝ ਗਿਆ ਵੀ ਇਹ ਮੈਨੂੰ ਮਜ਼ਾਕ ਕਰਦੇ। ਕਹਿੰਦੇ ਸੰਤਨ ਸੇਤੀ ਮਸ਼ਕਰੀਏ ਡੂਬਨ ਕੇ ਕਾਮ। ਗੁਰਬਾਣੀ ਕਹਿੰਦੀ ਹੈ ਵੀ ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵੇ ਫਲ ਪਾਏ। ਸੰਤਾਂ ਨਾਲ ਕਿਸੇ ਨੇ ਵੀ ਮਸ਼ਕਰੀ ਕੀਤੀ, ਉਹ ਡੁੱਬਣ ਦਾ ਹੀ ਕੰਮ ਕੀਤਾ। ਆਪਣਾ ਬੇੜਾ ਆਪ ਹੀ ਕਰ ਲਿਆ, ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ ਸਮਝੋ। ਇਸ ਲਈ ਕਿਸੇ ਮਹਾਂਪੁਰਸ਼ ਨੂੰ ਕਦੀ ਵੀ ਮਾੜਾ ਚੰਗਾ ਬੋਲ ਕੇ ਉਹਦੇ ਨਾਲ ਮਸ਼ਕਰੀ ਨਹੀਂ ਕਰਨੀ ਚਾਹੀਦੀ, ਭੈ ਹੀ ਰੱਖਣਾ ਚਾਹੀਦਾ। ਦੁਰਭਾਸ਼ਾ ਦੇ ਮੂੰਹ ਤੋਂ ਨਿਕਲਿਆ, ਇਹਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜਿਹੜਾ ਤੁਹਾਡੇ ਕੁਲ ਦਾ ਨਾਸ ਕਰ ਦੇਗੀ। ਤੁਹਾਡਾ ਵੰਸ਼ ਹੀ ਸਰਵਨਾਸ਼ ਹੋ ਜਾਏਗਾ।
ਘਬਰਾ ਗਏ, ਸੋਚਾਂ 'ਚ ਪੈ ਗਏ। ਹੁਣ ਕੀ ਹੋ ਸਕਦਾ ਸੀ? ਉਹ ਬੱਚੇ ਜਿਹੜੇ ਲੜਕੇ ਨੇ ਉਹ ਕੱਪੜੇ ਪਾਏ ਸੀ, ਉਹਦੇ ਪੇਟ ਤੋਂ ਬਾਟੀ ਖੋਲੀ, ਉਹਦੇ ਵਿੱਚੋਂ ਲੋਹੇ ਦਾ ਮੂਸਲ ਨਿਕਲ ਆਇਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਿਆ, ਮਹਾਰਾਜ ਇੱਦਾਂ ਅਸੀਂ ਗਲਤੀ ਕਰ ਬੈਠੇ ਹਾਂ, ਤੁਹਾਡੇ ਗੁਰੂ ਨਾਲ ਮਜ਼ਾਕ ਕੀਤਾ ਤੇ ਉਹਨਾਂ ਨੇ ਸ਼ਰਾਪ ਦੇਤਾ ਵੀ ਇਸ ਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜੋ ਤੁਹਾਡੀ ਕੁਲ ਦਾ ਨਾਸ਼ ਕਰੇਗੀ। ਆਹ ਲੋਹੇ ਦਾ ਇੱਕ ਮੂਸਲ ਨਿਕਲਿਆ ਹੈ, ਲੋਹਾ ਨਿਕਲਿਆ ਹੈ, ਇਹਦਾ ਕੀ ਕਰੀਏ ਹੁਣ? ਭਗਵਾਨ ਜੀ ਕਹਿਣ ਲੱਗੇ, ਮਾੜਾ ਕੀਤਾ ਹੈ। ਸੰਤਾਂ ਮਹਾਂਪੁਰਸ਼ਾਂ ਦੇ ਨਾਲ ਕਦੀ ਮਜ਼ਾਕ ਨਹੀਂ ਕਰੀਦਾ, ਕਦੀ ਉਹਨਾਂ ਨਾਲ ਛੇੜਖਾਨੀ ਨਹੀਂ ਕਰੀਦੀ, ਅਦਬ ਰੱਖੀਦਾ ਹੈ। ਕਿਉਂਕਿ ਜੋ ਵੀ ਉਹ ਮੂੰਹ ਤੋਂ ਬੋਲ ਦਿੰਦੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ, ਉਹ ਬਚਨ ਟਲਿਆ ਨਹੀਂ ਕਰਦੇ। ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ ਹੁੰਦੇ ਹੈ। ਪਰ ਜੋ ਹੋ ਗਿਆ ਸੋ ਹੋ ਗਿਆ, ਹੁਣ ਵਾਪਸ ਨਹੀਂ ਸਮਾਂ ਆ ਸਕਦਾ। ਤੁਸੀਂ ਇਸ ਮੂਸਲ ਨੂੰ ਖਤਮ ਕਰੋ। ਹੁਣ ਲੋਹਾ ਕਿਵੇਂ ਖਤਮ ਹੁੰਦਾ? ਲੋਹਾ ਖਤਮ ਇੱਕੋ ਹੀ ਤਰੀਕੇ ਨਾਲ ਹੁੰਦਾ ਵੀ ਲੋਹੇ ਨੂੰ ਘਸਾ ਕੇ ਉਹਦੀ ਹੋਂਦ ਮਿਟਾਈ ਜਾਵੇ। ਉਹ ਮੂਸਲ ਸੀਗਾ, ਉਹਨੂੰ ਨਦੀ ਦੇ ਕੰਢੇ ਤੇ ਬਹਿ ਗਏ, ਪਾਣੀ ਲਾ ਕੇ ਪੱਥਰ ਤੇ ਰਗੜਦੇ ਰਹੇ, ਰਗੜ ਕੇ ਉਹਨੂੰ ਘਸਾਉਂਦੇ ਰਹੇ। ਉਹ ਖਤਮ ਹੁੰਦਾ ਰਿਹਾ ਲੋਹਾ। ਉਹਦੇ ਵਿੱਚੋਂ ਇੱਕ ਸੂਈ ਜਿੰਨੀ ਤਾਰ ਜੀ ਬਰੀਕ ਜੀ ਰਹਿ ਗਈ, ਮਾਮੂਲੀ ਜੀ, ਉਹ ਰਗੜਨ ਵਾਲੇ ਦੇ ਹੱਥੋਂ ਤਿਲਕ ਗਈ ਤੇ ਉਹ ਪਾਣੀ ਵਿੱਚ ਚਲੀ ਗਈ। ਜਦੋਂ ਪਾਣੀ ਵਿੱਚ ਚਲੀ ਗਈ, ਉਹ ਮੱਛੀ ਨੇ ਨਿਗਲ ਲਈ, ਮੱਛੀ ਦੇ ਪੇਟ ਵਿੱਚ ਚਲੀ ਗਈ। ਉਧਰੋਂ ਉਹ ਮੱਛੀ ਕਿਸੇ ਸ਼ਿਕਾਰੀ ਨੇ, ਜਿਹੜਾ ਮਾਸ ਖਾਣ ਵਾਲਾ ਸੀ, ਉਹਨੇ ਜਾਲ 'ਚ ਪਕੜੀ, ਮੱਛੀ ਦਾ ਪੇਟ ਜਾ ਰਿਹਾ, ਉਹਦੇ 'ਚੋਂ ਸੂਈ ਫਿਰ ਨਿਕਲ ਆਈ। ਸ਼ਿਕਾਰੀ ਨੇ ਆਪਣੇ ਤੀਰ ਦੇ ਅੱਗੇ ਲਾ ਲਈ, ਮੁਖੀ ਬਣਾ ਲਈ ਵੀ ਚਲੋ ਕੋਈ ਜਾਨਵਰ ਮਾਰਾਂਗੇ ਇਹਦੇ ਨਾਲ। ਇੱਧਰੋਂ ਜਿਹੜੇ ਇਹ ਯਾਦਵ ਸਨ, ਇਹ ਸ਼ਰਾਬ ਪੀ ਕੇ ਆਪਸ 'ਚ ਲੜ ਪਏ। ਨਦੀ ਦੇ ਕੰਢੇ ਦੱਬ ਸੀਗੀ, ਉਹ ਤਲਵਾਰ ਵਰਗੀ ਤਿੱਖੀ ਹੁੰਦੀ ਹੈ, ਪੱਟ ਕੇ ਇੱਕ ਦੂਜੇ ਨੂੰ ਮਾਰੀ। ਸਭ ਯਾਦਵ ਦੀ ਕੁੱਲ ਭਗਵਾਨ ਕ੍ਰਿਸ਼ਨ ਜੀ ਦੀ ਸਾਰਾ ਪਰਿਵਾਰ ਹੀ, ਪੁੱਤਰ ਪੋਤਰੇ, ਗਾਂ ਦੀ ਗਾਂ ਜਿੰਨਾ ਟੱਬਰ ਸੀਗਾ, ਭਤੀਜੇ, ਸਭ ਆਪਸ 'ਚ ਲੜ ਕੇ ਮਰ ਗਏ। ਜਦੋਂ ਭਗਵਾਨ ਕ੍ਰਿਸ਼ਨ ਜੀ ਦਾ ਸਾਰਾ ਟੱਬਰ ਮਾਰਿਆ ਗਿਆ, ਬੱਚੇ ਵੀ ਮਰ ਗਏ, ਪੋਤੇ ਵੀ ਮਰ ਗਏ, ਜਵਾਨ, ਬੜੀ ਭਾਰੀ ਨਿਰਾਸ਼ਤਾ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ, ਜਾਏ ਸੁੱਤਾ ਪ੍ਰਭਾਸ ਵਿੱਚ। ਪ੍ਰਭਾਸ ਇੱਕ ਤੀਰਥ ਹੈ। ਭਗਵਾਨ ਕ੍ਰਿਸ਼ਨ ਜੀ ਉਦਾਸ ਹੋ ਗਏ। ਹੁਣ ਜਿਹੜੇ ਬੰਦੇ ਦਾ ਸਾਰਾ ਟੱਬਰ ਮਰੇਗਾ, ਬੱਚੇ ਮਰਨਗੇ, ਭਤੀਜੇ ਵੀ ਮਰਨਗੇ, ਪੁੱਤਰ ਪੋਤੇ ਮਰਨਗੇ, ਉਹਦਾ ਮਨ ਤਾਂ ਉਦਾਸ ਹੋਣਾ ਹੀ। ਸਾਰੀ ਬਰਾਦਰੀ ਮਰ ਗਈ, ਸਮਝੋ, ਲੜ ਕੇ ਮਰ ਗਏ ਸ਼ਰਾਬ ਪੀ ਕੇ ਆਪਸ ਵਿੱਚ। ਭਗਵਾਨ ਜੀ ਉਦਾਸ ਹੋ ਕੇ ਪ੍ਰਭਾਸ ਖੇਤਰ ਦੇ ਵਿੱਚ ਜਾ ਕੇ ਇੱਕ ਦਰਖਤ ਦੇ ਥੱਲੇ ਜਾ ਕੇ ਲੰਮੇ ਪੈ ਗਏ। ਭਾਈ ਸਾਹਿਬ ਗੁਰਦਾਸ ਜੀ 10ਵੀਂ ਵਾਰ ਦੇ ਵਿੱਚ ਲਿਖਦੇ ਨੇ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪਾਏ ਪਸਾਰੇ। ਉਦਾਸ ਹੋਏ ਨੇ, ਲੰਮੇ ਪਏ ਨੇ, ਲੱਕ ਸਿੱਧਾ ਕਰਨ ਲਈ ਲੱਕ ਤਾਂ ਜ਼ਮੀਨ ਤੇ ਲਾ ਲਿਆ ਤੇ ਖੱਬੇ ਗੋਡੇ ਤੇ ਸੱਜਾ ਚਰਨ ਰੱਖ ਕੇ ਪਏ ਨੇ। ਭਾਈ ਸਾਹਿਬ ਜੀ ਅੱਗੇ ਲਿਖਦੇ ਨੇ, ਚਰਨ ਕਮਲ ਵਿੱਚ ਪਦਮ ਹੈ, ਝਿਲ ਮਿਲ ਝਿਲਕੈ ਵਾਂਗੀ ਤਾਰੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਕਮਲ ਦਾ, ਜੋ ਪਦਮ ਦਾ ਚਿੰਨ੍ਹ ਸੀਗਾ, ਉਹ ਪਦਮ ਜਿਹੜਾ ਹੈ, ਚਰਨ ਕਮਲ ਵਿੱਚ ਪਦਮ ਹੈ, ਉਹ ਝਿਲਕਾ ਮਾਰਦਾ ਹੈ, ਲਿਸ਼ਕਾਰੇ ਮਾਰਦਾ ਹੈ। ਉਧਰੋਂ ਉਹੀ ਸ਼ਿਕਾਰੀ ਜਿਸ ਨੇ ਉਹ ਮੂਸਲ ਤੋਂ ਬਣੀ ਹੋਈ ਮੁਖੀ ਤੀਰ ਨੂੰ ਲਾਈ ਹੋਈ ਸੀ, ਸ਼ਿਕਾਰ ਕਰਦਾ ਲੱਭਦਾ ਉਸ ਜੰਗਲ ਜਾ ਗਿਆ। ਬੱਦਕ ਆਇਆ ਭਾਲਦਾ, ਉਹ ਭਾਲਦਾ ਵੀ ਕੋਈ ਸ਼ਿਕਾਰ ਲੱਭੇ, ਕੋਈ ਹਿਰਨ ਲੱਭੇ, ਕੋਈ ਬਾਰਾਂਸਿੰਗਾ ਲੱਭੇ। ਉਹਨੇ ਦੂਰੋਂ ਨਿਗਾਹ ਮਾਰੀ, ਭਗਵਾਨ ਜੀ ਦੇ ਪੈਰਾਂ ਦੇ ਵਿੱਚ ਕਮਲ ਦਾ ਪਦਮ ਦਾ ਜਿਹੜਾ ਚਿੰਨ੍ਹ ਸੀ, ਉਹਦੀ ਲਿਸ਼ਕ ਪਈ। ਲਿਸ਼ਕ ਇਉਂ ਜਾਪੀ ਵੀ ਜਿਵੇਂ ਕਿਸੇ ਹਿਰਨ ਦੀ ਅੱਖ ਹੈ, ਕਿਉਂਕਿ ਹਿਰਨ ਦੀ ਅੱਖ ਵੀ ਦੂਰੋਂ ਜਿਹੜੀ ਹੈ ਨਾ ਲਿਸ਼ਕ ਮਾਰਦੀ ਹੈ, ਚਮਕਦੀ ਹੈ। ਉਹਨੇ ਆਖਿਆ ਕਾਲਾ ਹਿਰਨ ਪਿਆ, ਕਿਉਂਕਿ ਭਗਵਾਨ ਜੀ ਦਾ ਰੂਪ ਕਾਲਾ ਸੀਗਾ। ਉਹਨੇ ਤੀਰ ਮਾਰਿਆ, ਤੀਰ ਆਇਆ, ਉਹ ਲੱਗਾ ਕਿੱਥੇ? ਜਿੱਥੇ ਪਦਮ ਸੀ ਨਾ ਪੈਰ ਦੇ ਵਿੱਚ, ਉੱਥੇ ਉਹਨੇ ਨਿਸ਼ਾਨਾ ਲਾਇਆ ਤੇ ਉੱਥੇ ਹੀ ਵੱਜਾ ਆ ਕੇ। ਜਦੋਂ ਤੀਰ ਪੈਰ ਦੇ ਵਿੱਚੋਂ ਵੱਜਾ ਤੇ ਪੈਰ ਦੇ ਵਿੱਚੋਂ ਵੱਜ ਕੇ, ਇੰਨਾ ਜ਼ੋਰ ਦਾ ਤੀਰ ਸੀਗਾ, ਇੰਨੇ ਬਲ ਨਾਲ ਮਾਰਿਆ ਸੀ
ਕਿ ਉਹ ਲੱਤ ਦੀ ਹੱਡੀ ਚੀਰ ਕੇ ਗੋਡੇ ਤੱਕ ਨਿਕਲ ਆਇਆ। ਸਾਰੀ ਹੱਡੀ ਚੀਰ ਦਿੱਤੀ, ਗੋਡੇ ਤੱਕ ਤੀਰ ਧੱਸ ਗਿਆ ਹੱਡੀ ਦੇ ਵਿੱਚ ਦੀ। ਹੁਣ ਜਿਹੜੇ ਬੰਦੇ ਦੇ ਪੈਰ ਤੋਂ ਲੈ ਕੇ ਗੋਡੇ ਤੱਕ ਹੱਡੀ 'ਚ ਤੀਰ ਵੱਜ ਗਿਆ, ਭਗਵਾਨ ਜੀ ਵਿਆਕੁਲ ਹੋ ਗਏ, ਉੱਥੇ ਲਿਟਣ ਲੱਗ ਪਏ, ਲਹੂ ਲੁਹਾਨ ਹੋ ਗਏ ਸਰੀਰ ਦੇ। ਸਮਝ ਗਏ ਵੀ ਹੁਣ ਸਾਡਾ ਅੰਤ ਸਮਾਂ ਆ ਗਿਆ ਹੈ। ਅਖੀਰਲਾ ਜੋ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਟਾਈਮ ਆ ਗਿਆ। ਉਸੇ ਵੇਲੇ ਉਹ ਸ਼ਿਕਾਰੀ ਵੀ ਭੱਜਿਆ ਆਇਆ ਉੱਥੇ। ਜਦੋਂ ਉਹਨੇ ਵੇਖਿਆ, ਕਿਉਂਕਿ ਸ਼ਿਕਾਰੀ ਨੂੰ ਤਾਂ ਸੀਗਾ ਮੇਰਾ ਹਿਰਨ, ਉਹ ਹਿਰਨ ਦੇਖਣ ਲਈ ਆਇਆ, ਪਰ ਅੱਗੇ ਦੇਖਿਆ ਭਗਵਾਨ ਸਾਰੇ ਜਗਤ ਦੇ ਮਾਲਕ, ਸੁਆਮੀ, ਸਤਿਕਾਰਯੋਗ, ਪੂਜਨੀਕ। ਉਹ ਰੋਣ ਲੱਗ ਪਿਆ, ਬਿਰਲਾਪ ਕਰਨ ਲੱਗ ਪਿਆ, ਕਹਿੰਦਾ ਮਹਾਰਾਜ ਮੇਰੇ ਤੋਂ ਬਹੁਤ ਵੱਡਾ ਪਾਪ ਹੋਇਆ, ਬਹੁਤ ਗੁਨਾਹ ਹੋਇਆ। ਮੈਂ ਮਹਾਰਾਜ ਭੁਲੇਖੇ ਨਾਲ ਤੀਰ ਮਾਰ ਬੈਠਾ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਇਹ ਕੀ ਹੋ ਗਿਆ ਮੇਰੇ ਤੋਂ। ਉਹ ਇੰਨਾ ਜ਼ਿਆਦਾ ਪਛਤਾਤਾਪ ਕਰਨ ਲੱਗ ਪਿਆ, ਇੰਨਾ ਜ਼ਿਆਦਾ ਰੋਣ ਲੱਗ ਪਿਆ, ਵਿਆਕੁਲ ਹੋ ਗਿਆ ਕਿ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਉਹਨੂੰ ਕੋਲ ਬਿਠਾ ਕੇ ਕਹਿੰਦੇ ਧੀਰਜ ਰੱਖ, ਕਿਉਂਕਿ ਮਹਾਂਪੁਰਸ਼ ਸਨ, ਧੀਰਜ ਵਾਲੇ ਸਨ। ਕਹਿਣ ਲੱਗੇ ਸੱਜਣਾ, ਭਾਣਾ ਇੱਦਾਂ ਹੀ ਲਿਖਿਆ ਹੋਇਆ ਸੀ, ਕੁਦਰਤ ਦਾ, ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ ਕੋਈ ਨਹੀਂ ਮੇਟ ਸਕਦਾ। ਜੋ ਪਰਮੇਸ਼ਰ ਨੇ ਲਿਖਿਆ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਸਾਡੇ ਕਰਮਾਂ 'ਚ ਲਿਖਿਆ ਸੀ, ਤੇਰਾ ਸਾਡਾ ਹਿਸਾਬ ਬਾਕੀ ਸੀ। ਕਹਿਣ ਲੱਗਾ ਮਹਾਰਾਜ ਮੇਰਾ ਤੁਹਾਡਾ ਕੀ ਹਿਸਾਬ ਬਾਕੀ ਸੀ, ਇਹ ਕੀ ਲਿਖਿਆ ਸੀ। ਭਗਵਾਨ ਕਹਿਣ ਲੱਗੇ ਪਿਛਲੇ ਜਨਮ ਵਿੱਚ ਅਸੀਂ ਤੈਨੂੰ ਲੁੱਕ ਕੇ ਤੀਰ ਮਾਰਿਆ ਸੀ, ਉਹਦਾ ਬਦਲਾ ਅੱਜ ਤੂੰ ਪੂਰਾ ਕਰ ਲਿਆ, ਸਾਡਾ ਲੇਖਾ ਨਿਬੜ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਨੂੰ ਕੋਈ ਯਾਦ ਨਹੀਂ ਮੈਂ ਤੁਹਾਨੂੰ ਕਦੋਂ ਤੀਰ ਮਾਰਿਆ ਸੀ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੈਨੂੰ ਯਾਦ ਨਹੀਂ, ਸਾਨੂੰ ਯਾਦ ਹੈ। ਈਸ਼ਵਰ ਔਰ ਜੀਵ ਦਾ ਇਹੀ ਭਰਮ ਭੇਦ ਹੈ। ਈਸ਼ਵਰ ਨੂੰ ਸਰਬਗਤਾ ਹੁੰਦੀ ਹੈ, ਜੀਵ ਨੂੰ ਖਾਲਸਾ ਜੀ ਅਲਪਗਤਾ ਹੁੰਦੀ ਹੈ। ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ। ਗੀਤਾ ਵਿੱਚ ਭਗਵਾਨ ਕਹਿੰਦੇ ਵੀ ਹਨ, ਹੇ ਅਰਜਨ ਤੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਮੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਪਰ ਮੇਰੇ ਜਨਮਾਂ ਨੂੰ ਮੈਂ ਜਾਣਦਾ ਹਾਂ, ਤੂੰ ਨਹੀਂ ਜਾਣਦਾ ਆਪਣੇ ਜਨਮਾਂ ਨੂੰ, ਕਿਉਂਕਿ ਜੀਵ ਨਹੀਂ ਜਾਣਦਾ, ਈਸ਼ਵਰ ਜਾਣਦਾ ਹੈ। ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਮੈਂ ਪਿਛਲੇ ਜਨਮ ਵਿੱਚ ਰਾਮ ਸੀ ਤੇ ਤੂੰ ਬਾਲੀ ਸੀ। ਤੂੰ ਆਪਣੇ ਭਰਾ ਸੁਗਰੀਵ ਦੀ ਪਤਨੀ ਵੀ ਖੋਹ ਲਈ ਸੀ, ਉਹਦਾ ਰਾਜ ਵੀ ਖੋਹ ਲਿਆ ਸੀ। ਸੁਗਰੀਵ ਸਾਡੀ ਸ਼ਰਨ ਆਇਆ ਸੀ, ਅਸੀਂ ਸੁਗਰੀਵ ਦੀ ਮਦਦ ਕਰਨ ਲਈ, ਕਿਉਂਕਿ ਤੂੰ ਇਹ ਵਰ ਲਿਆ ਹੋਇਆ ਸੀ ਜਿਹੜਾ ਮੇਰੇ ਸਾਹਮਣੇ ਆਵੇਗਾ ਉਹ ਮੈਨੂੰ ਮਾਰ ਨਹੀਂ ਸਕੇਗਾ। ਤੂੰ ਇਹ ਵਰ ਲਿਆ ਹੋਇਆ ਸੀ ਕਿ ਜਿਹੜਾ ਸਾਹਮਣੇ ਆਵੇਗਾ ਉਹ ਮਾਰ ਨਹੀਂ ਸਕੇਗਾ। ਅਸੀਂ ਲੁੱਕ ਕੇ ਤੀਰ ਮਾਰਿਆ ਸੀ, ਰਾਮ ਰੂਪ ਦੇ ਵਿੱਚ ਲੁੱਕ ਕੇ ਮਾਰਿਆ ਸੀ ਤੈਨੂੰ, ਤੂੰ ਮਰ ਗਿਆ। ਪਰ ਕਰਮਾਂ ਦਾ ਲੇਖਾ, ਉਦੋਂ ਅਸੀਂ ਲੁੱਕ ਕੇ ਮਾਰਿਆ ਸੀ, ਅੱਜ ਤੂੰ ਲੁੱਕ ਕੇ ਮਾਰਿਆ, ਹਿਸਾਬ ਪੂਰਾ ਹੋ ਗਿਆ। ਇਸ ਕਰਕੇ ਮਿੱਤਰਾ ਰੋਣ ਪਿੱਟਣ ਦੀ ਲੋੜ ਨਹੀਂ, ਜਾਂ ਤੇਰਾ ਵੀ ਉਧਾਰ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਬਸੰਤ ਰਾਗ ਦੇ ਵਿੱਚ ਬਚਨ ਲਿਖਿਆ ਹੈ, ਬੱਧਕ ਉਧਾਰਿਓ ਖੰਮ ਭਰਹਾਰ। ਬੱਧਕ ਸ਼ਿਕਾਰੀ ਜਿਹਨੇ ਭਗਵਾਨ ਜੀ ਦੇ ਚਰਨਾਂ 'ਚ ਤੀਰ ਮਾਰਿਆ, ਉਹਨਾਂ ਦੀ ਜਾਨ ਲਈ, ਪਰ ਮੇਰਾ ਭਗਵਾਨ ਕਿੰਨਾ ਦਿਆਲੂ ਹੈ, ਉਸ ਤੀਰ ਮਾਰਨ ਵਾਲੇ ਦਾ ਵੀ ਉਧਾਰ ਕਰ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਹੁਣ 10ਵੇਂ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਨੂੰ ਜਿਹੜੇ ਇਕੱਲੇ ਕ੍ਰਿਸ਼ਨ ਨੂੰ ਰੱਬ ਮੰਨ ਕੇ ਬਾਕੀਆਂ ਦੀ ਨਿੰਦਾ ਕਰਦੇ ਆ, ਉਹਨਾਂ ਦਾ ਕੰਨ ਮਰੋੜਦੇ ਆ। ਕਹਿੰਦੇ ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ। ਜੋ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਬੜਾ ਕਿਰਪਾਲੂ ਹੈ, ਤੇ ਤੁਹਾਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਕਾਜ ਤੇ ਬੱਧਕ ਬਾਣ ਲਗਾਇਓ। ਉਹਨੂੰ ਤੀਰ ਕਿਉਂ ਵੱਜਾ ਸੀ, ਉਹਨੂੰ ਕਿਉਂ ਮਾਰਿਆ ਸੀ ਤੀਰ ਸ਼ਿਕਾਰੀ ਨੇ? ਤਾਂ ਉਹਦਾ ਜਵਾਬ ਇਹ ਹੈ ਕਿ ਉਹਨੇ ਵੀ ਘੱਟ ਕੋਈ ਨਹੀਂ ਸੀ ਕੀਤੀ, ਉਹਨੇ ਵੀ ਧੋਖੇ ਨਾਲ ਮਾਰਿਆ ਸੀ ਉਹਨੂੰ। ਆਖੋ ਸ੍ਰੀ ਵਾਹਿਗੁਰੂ। ਜੇ ਕਿਰਪਾ ਹੁੰਦੀ ਤੇ ਫਿਰ ਧੋਖਾ ਕਿਉਂ ਕਰਦਾ, ਕਿਉਂ ਮਾਰਦਾ ਬਾਲੀ ਨੂੰ ਲੁੱਕ ਕੇ? ਪਿਛਲੇ ਜਨਮ 'ਚ ਉਹਨੂੰ ਤੀਰ ਮਾਰਿਆ ਲੁੱਕ ਕੇ, ਉਹਨੇ ਵੀ ਮਾਰ ਦਿੱਤਾ। ਸੋ ਭਾਈ ਕਰਮਾਂ ਦੇ ਲੇਖੇ ਜੋਖੇ ਇਹਨਾਂ ਅਵਤਾਰਾਂ ਨੂੰ ਵੀ ਭੋਗਣੇ ਪਏ ਐ।
ਤੁਸੀਂ ਇਹਨਾਂ ਨੂੰ ਪੂਰਨ ਪਰਮਾਤਮਾ ਮੰਨੀ ਬੈਠੇ ਹੋ। ਪੂਰਨ ਪਰਮਾਤਮਾ ਵਾਹਿਗੁਰੂ ਉੱਪਰ ਦੀ ਚੀਜ਼ ਹੈ। ਠੀਕ ਹੈ ਕਿ ਉਹਦੀ ਜੋਤ ਨਾਲ ਇਹ ਮਹਾਂਪੁਰਸ਼ ਸੰਸਾਰ ਵਿੱਚ ਪ੍ਰਕਾਸ਼ ਕਰਦੇ ਰਹੇ। ਪਰ ਜੇ ਤੁਸੀਂ ਇਹਨਾਂ ਦੇ ਸਰੀਰਾਂ ਨੂੰ, ਇਹਨਾਂ ਦੀਆਂ ਮੂਰਤੀਆਂ ਨੂੰ ਪੂਜ ਕੇ ਸਰਬ ਵਿਆਪਕ ਭਗਵਾਨ ਦੀ ਕਲਾ ਨੂੰ ਭੁੱਲ ਜਾਓਗੇ, ਦੂਜਿਆਂ ਨਾਲ ਵਿਤਕਰਾ ਕਰੋਗੇ ਤੇ ਭੁਲੇਖੇ 'ਚ ਰਹੋਗੇ। ਫਿਰ ਕ੍ਰਿਸ਼ਨ ਤੁਹਾਡਾ ਉਹੀ ਹੈ ਜਿਹੜਾ ਦੂਜਿਆਂ ਦੀ ਤਰ੍ਹਾਂ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ। ਹਾਂਜੀ। ਔਰ ਕੋਲੀਨ ਉਧਾਰਤ ਜੋ, ਜਿਹੜਾ ਤੁਸੀਂ ਕਹਿੰਦੇ ਹੋ ਵੀ ਭਗਵਾਨ ਦੂਜਿਆਂ ਦੀਆਂ ਕੁਲਾਂ ਤਾਰ ਦਿੰਦਾ ਹੈ, ਜਿਹੜਾ ਨਾਮ ਜਪੇ ਪਰਮੇਸ਼ਰ ਦਾ, ਉਹਦੀਆਂ 21 ਕੁਲਾਂ ਤਰ ਜਾਂਦੀਆਂ ਨੇ। ਪ੍ਰਹਿਲਾਦ ਜਨ ਕੇ ਹਰ ਜੀਓ 21 ਕੁਲ ਉਧਾਰੇ। ਭਗਵਾਨ ਨੇ ਪ੍ਰਹਿਲਾਦ ਦੀਆਂ 21 ਕੁਲਾਂ ਤਾਰ ਦਿੱਤੀਆਂ। ਜਿਹੜਾ ਨਾਮ ਜਪਦਾ ਹੈ ਉਹਦੀਆਂ ਕੁਲਾਂ ਤਰ ਜਾਂਦੀਆਂ ਨੇ। 7 ਕੁਲਾਂ ਆਪਣੀਆਂ, 7 ਸਹੁਰਿਆਂ ਦੀਆਂ, 7 ਨਾਨਕਿਆਂ ਦੀਆਂ। ਆਪਣੀਆਂ ਮੈਨੇ ਦਾਦਕਿਆਂ ਦੀਆਂ, ਦਾਦੇ ਪੜਦਾਦੇ ਤਰ ਜਾਂਦੇ ਆ, ਪੋਤੇ ਪੜੋਤੇ ਤਰ ਜਾਂਦੇ ਆ। ਨਾਨਕਿਆਂ ਦੀਆਂ ਕੁਲਾਂ ਨਾਨਾ ਨਾਨੀ ਦਾਦਾ ਦਾਦੀ ਸਭ ਤਰ ਜਾਂਦੇ ਆ, ਤੇ ਸਹੁਰਿਆਂ ਦੀਆਂ ਕੁਲਾਂ ਵੀ ਤਰ ਜਾਂਦੀਆਂ। 21 ਸਹੁਰਿਆਂ ਦੀਆਂ, 21 ਪੇਕਿਆਂ ਦੀਆਂ, 21 ਨਾਨਕਿਆਂ ਦੀਆਂ। ਕਿੰਨੀਆਂ? 7 ਨਾਨਕਿਆਂ ਦੀਆਂ, 7 ਪੇਕਿਆਂ ਦੀਆਂ, 7 ਸਹੁਰਿਆਂ ਦੀਆਂ। ਇਹ 7 ਤੀਆ 21 ਕੁਲਾਂ ਤਰ ਜਾਂਦੀਆਂ। ਕਹਿੰਦੇ ਵੀ 21 ਕੁਲਾਂ ਤਰ ਜਾਂਦੀਆਂ ਨੇ ਪਰਮੇਸ਼ਰ ਦਾ ਨਾਮ ਲੈਣ ਨਾਲ। ਔਰ ਕੁਲੀਨ ਉਧਾਰਤ ਜੋ, ਜਿਹੜਾ ਦੂਜਿਆਂ ਦੀਆਂ ਕੁਲਾਂ ਤਾਰ ਦਿੰਦਾ ਹੈ। ਕਹਿਤੇ ਆਪਨੋ ਕੁਲ ਨਾਸ ਕਰਾਇਓ। ਉਹ ਭਗਵਾਨ ਕ੍ਰਿਸ਼ਨ ਆਪਣੀ ਕੁਲ ਕਿਉਂ ਨਹੀਂ ਬਚਾ ਸਕੇ? ਆਪਣੀ ਕੁਲ ਕਿਉਂ ਗਵਾ ਲਈ? ਦੁਰਵਾਸਾ ਰਿਸ਼ੀ ਦਾ ਸਰਾਪ ਹੋਇਆ। ਸਾਰੀ ਕੁਲ ਯਾਦਵਾਂ ਦੀ ਆਪਸ 'ਚ ਲੜ ਕੇ ਉਹ ਵੀ ਸ਼ਰਾਬ ਪੀ ਕੇ ਮਰ ਗਈ। ਉਹ ਵੀ ਸ਼ਰਾਬ ਪੀ ਕੇ, ਕਿੱਡੇ ਅਫਸੋਸ ਦੀ ਗੱਲ ਹੈ ਵੀ ਹੋਵੇ ਏਡਾ ਵੱਡਾ ਅਵਤਾਰ ਤੇ ਉਹਦੇ ਪੁੱਤ ਪੋਤਰੇ ਲੜ ਕੇ ਸ਼ਰਾਬ ਪੀ ਕੇ ਮਰ ਜਾਣ। ਕਹਿੰਦੇ ਫਿਰ ਆਪਣੀ ਕੁਲ ਕਿਉਂ ਨਹੀਂ ਬਚਾ ਸਕਿਆ ਜਿਹੜਾ ਦੂਜਿਆਂ ਦੇ ਕੁਲਾਂ ਤਾਰਨ ਵਾਲਾ ਹੈ। ਆਦ ਅਜੋਨ ਕਹਾਏ ਕਹੋ। ਹਾਂ, ਜਿਹੜਾ ਪਰਮੇਸ਼ਰ ਆਦਿ ਹੈ, ਆਜੋਨੀ ਹੈ, ਜੂਨਾ 'ਚ ਨਹੀਂ ਆਉਂਦਾ। ਇਹ ਬਾਣੀ ਵੀ ਕਹਿੰਦੀ ਹੈ, ਵੇਦ ਵੀ ਕਹਿੰਦੇ ਨੇ, ਸਾਰੇ ਧਰਮ ਗ੍ਰੰਥ ਮੰਨਦੇ ਨੇ ਵੀ ਉਹ ਪਰਮਾਤਮਾ ਅਜੋਨੀ ਹੈ, ਕਿਸੇ ਗਰਭ ਜੋਨ 'ਚ ਨਹੀਂ ਆਉਂਦਾ, ਮਾਂ ਦੇ ਪੇਟ 'ਚ ਨਹੀਂ ਜਨਮ ਲੈਂਦਾ। ਕਿਮ ਦੇਵਕ ਕੇ ਜਠਰ ਅੰਤਰ ਆਇਓ। ਫਿਰ ਦੇਵਕੀ ਦੇ ਪੇਟ 'ਚ ਕਿਵੇਂ ਆ ਗਿਆ? ਜੇ ਉਹ ਜੰਮਦਾ ਹੀ ਨਹੀਂ ਮਾਂ ਦੇ ਪੇਟ ਤੋਂ, ਫਿਰ ਦੇਵਕੀ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਦੀ ਮਾਂ ਦਾ ਨਾਮ ਸੀ ਦੇਵਕੀ। ਧੰਨ ਧੰਨ ਤੂੰ ਮਾਤਾ ਦੇਵਕੀ ਜੇ ਗ੍ਰਹਿ ਰਮਈਆ ਕਮਲਾਪਤੀ। ਗੁਰਬਾਣੀ 'ਚ ਦੋਵੇਂ ਪੱਖਾਂ ਦੇ ਸ਼ਬਦ ਆਉਂਦੇ ਆ। ਇਸੇ ਕਰਕੇ ਜਗਿਆਸੂਆਂ ਨੂੰ ਭੁਲੇਖਾ ਪੈ ਜਾਂਦਾ ਵੀ ਕਿਤੇ ਖੰਡਨ ਆ ਰਿਹਾ, ਕਿਤੇ ਮੰਡਨ ਆ ਰਿਹਾ। ਖਾਲਸਾ ਜੀ ਮਹਾਂਪੁਰਸ਼ਾਂ ਦਾ ਖੰਡਨ ਮੰਡਨ ਨਹੀਂ ਕਰ ਰਹੇ, ਸਾਡੇ ਭਰਮ ਭੁਲੇਖੇ ਦੂਰ ਕਰ ਰਹੀ ਹੈ ਬਾਣੀ। ਅਸੀਂ ਜਿਸ ਵਿਊ ਤੋਂ ਬਾਣੀ ਨੂੰ ਸਮਝਣਾ ਉਸ ਵਿਊ ਤੋਂ ਸਮਝ ਨਹੀਂ ਰਹੇ। ਦਿੱਕਤ ਇਹੀ ਆਉਂਦੀ। ਦਸ਼ਮੇਸ਼ ਪਿਤਾ ਜੀ ਦੀ ਬਾਣੀ 'ਚ ਕਿਤੇ ਭਗਵਾਨ ਕ੍ਰਿਸ਼ਨ ਜੀ ਦੇ ਬਾਰੇ ਬੜੇ ਸਤਿਕਾਰ ਵਾਲੇ ਸ਼ਬਦ ਆ ਜਾਂਦੇ ਆ, ਤੇ ਕਿਤੇ ਇਹ ਵੀ ਕਹਿ ਦਿੰਦਾ, ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫੇਰ ਮੇਟੇ ਬਣਾਏ, ਕਿਰਿਆ ਕਾਲ ਜੋ ਕਿ ਕਿਹਨੂੰ ਨਾ ਪਛਾਨੀ, ਘਨਿਓ ਪੈ ਬਿਹਾ ਹੈ ਘਨਿਓ ਪੈ ਬਿਹਾਨੀ। ਜਿੱਥੇ ਦੇ ਉਪਮਾ ਹੁੰਦੀ ਹੈ ਉੱਥੇ ਤਾਂ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਜਿਹੜੀ ਜੋਤ ਉਹਨਾਂ ਮਹਾਂਪੁਰਸ਼ਾਂ 'ਚ ਵਰਤੀ ਹੈ ਨਾ, ਉਹਦੀ ਉਪਮਾ ਹੁੰਦੀ ਹੈ। ਤੇ ਜਿੱਥੇ ਖੰਡਨ ਆਉਂਦਾ ਉੱਥੇ ਖੰਡਨ ਦੇਹ ਦਾ ਆਉਂਦਾ, ਸਰੀਰ ਦਾ। ਅਸੀਂ ਸਰੀਰ ਨਾਲ ਜੁੜੇ ਹੋਏ ਹਾਂ। ਦੇਹ ਭਾਵੇਂ ਭਗਵਾਨ ਰਾਮ ਦੀ ਹੋਵੇ, ਦੇਹ ਭਾਵੇਂ ਕ੍ਰਿਸ਼ਨ ਦੀ ਹੋਵੇ, ਦੇਹ ਕਿਸੇ ਵੀ ਮਹਾਂਪੁਰਸ਼ ਦੀ ਹੋਵੇ, ਉਹ ਨਾਸਮਾਨ ਹੈ। ਆਖੋ ਸ੍ਰੀ ਵਾਹਿਗੁਰੂ। ਦੇਹ ਸ਼ਬਦ ਦਾ ਅਰਥ ਹੈ, ਵਿਦਵਾਨਾਂ ਨੇ ਜੋ ਡਿਕਸ਼ਨਰੀਆਂ ਪੁਰਾਣੀਆਂ 'ਚ ਕੀਤਾ, ਸੰਸਕ੍ਰਿਤ ਦੇ ਕੋਸ਼ਾਂ 'ਚ ਕੀਤਾ, ਦੇਹ ਦਾ ਅਰਥ ਹੈ ਜੋ ਦਾਹ ਕੀਤੀ ਜਾਵੇ। ਦਾਹ ਹੁਣ ਉਹਦੇ ਬੱਚਿਆਂ ਨੂੰ ਤਾਂ ਨਹੀਂ ਸਮਝ ਆਉਣੀ, ਪਰ ਜਿਹੜੇ ਪੰਜਾਬ 'ਚ ਉਹਨੂੰ ਪਤਾ ਵੀ ਦਾਹ ਦਾ ਮਤਲਬ ਕੀ ਹੁੰਦਾ। ਆਪਾਂ ਆਮ ਕਹਿ ਦਿੰਦੇ, ਜਦੋਂ ਕਿਸੇ ਦਾ ਸੰਸਕਾਰ ਕਰਨਾ ਹੁੰਦਾ ਸੀ ਨਾ, ਉਹ ਕਹਿੰਦੇ ਕਦੋਂ ਦਾਹ ਦੇਣਾ, ਯਾਨੀ ਅੱਗ ਲਾ ਕੇ ਸਾੜਨ ਨੂੰ ਦਾਹ ਕਹਿੰਦੇ ਆ। ਜਿਹੜੀ ਸਰੀਰ ਦੇਹੀ ਸੜ ਜਾਣੀ ਹੈ, ਗਲ ਜਾਣੀ ਹੈ, ਉਹਨੂੰ ਕਹਿੰਦੇ ਆ ਦਾਹ ਕਰਨ ਯੋਗ। ਜਿਹੜੀ ਦਾਹ ਕਰਨ ਯੋਗ ਹੈ ਉਹ ਦੇਹੀ ਹੈ। ਦੇਹ ਭਾਵੇਂ ਸ੍ਰੀ ਰਾਮਚੰਦਰ ਜੀ ਦੀ ਹੋਵੇ, ਭਾਵੇਂ ਕ੍ਰਿਸ਼ਨ ਜੀ ਦੀ ਹੋਵੇ, ਦੇਹ ਨਾਲ ਜੁੜੋ। ਗੁਰੂ ਸਾਹਿਬ ਇਹ ਕਹਿੰਦੇ ਆ, ਜੋਤ ਨਾਲ ਜੁੜੋ। ਪਰ ਲੋਕ ਤਾਂ ਮੂਰਤੀਆਂ ਬਣਾ ਬਣਾ ਕੇ ਪੂਜੀ ਜਾਂਦੇ, ਪੱਥਰ ਦੀਆਂ।
ਸਤਿਗੁਰੂ ਕਹਿੰਦੇ ਜਿਹੜਾ ਭਗਵਾਨ ਆਦ ਅਜੋਨੀ ਹੈ, ਜੰਮਦਾ ਮਰਦਾ ਨਹੀਂ ਹੈ, ਕਿਮ ਦੇਵਕ ਕੇ ਜਠਰੰਤਰ ਉਹ ਫਿਰ ਦੇਵਕੀ ਦੇ ਪੇਟ 'ਚ ਕਿਵੇਂ ਆ ਗਿਆ? ਦੇਵਕੀ ਮਾਂ ਦਾ ਪੁੱਤ ਕਿਵੇਂ ਬਣ ਗਿਆ? ਉਹ ਤਾਂ ਮਾਂ ਦੇ ਪੇਟ ਤੇ ਜੰਮਦਾ ਹੀ ਨਹੀਂ। ਤੁਸੀਂ ਕਹਿੰਦੇ ਹੋ, ਨਾਲੇ ਕਹਿੰਦੇ ਹੋ ਵੀ ਅਜੂਨੀ ਹੈ, ਨਾਲੇ ਕਹਿੰਦੇ ਹੋ ਵੀ ਦੇਵਕੀ ਦਾ ਪੁੱਤਰ ਹੈ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ, ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਭਗਤ ਕਬੀਰ ਸਾਹਿਬ ਜੀ, ਤੁਸੀਂ ਕਹਿੰਦੇ ਹੋ ਵੀ ਉਹ ਨੰਦ ਦਾ ਪੁੱਤਰ ਹੈ। ਭਗਵਾਨ ਕ੍ਰਿਸ਼ਨ ਜੀ ਦੇ ਦੋ ਮਾਵਾਂ ਤੇ ਦੋ ਪਿਤਾ ਦਾ ਜ਼ਿਕਰ ਆਉਂਦਾ ਹੈ। ਦੋ ਮਾਵਾਂ ਕਿਹੜੀਆਂ? ਜਿਹਨੇ ਜਨਮ ਦਿੱਤਾ ਦੇਵਕੀ, ਜਿਹਨੇ ਪਾਲਿਆ ਯਸ਼ੋਦਾ। ਦੇਵਕੀ ਨੇ ਜਨਮ ਦਿੱਤਾ ਜੇਲ੍ਹ ਵਿੱਚ, ਪਿਤਾ ਵਾਸਦੇਵ ਜੀ ਛੱਡ ਆਏ ਨੰਦ ਬਾਬਾ ਦੇ ਘਰ। ਉਹ ਗਵਾਲਾ ਸੀ, ਗਊਆਂ ਚਾਰਨ ਵਾਲੀ, ਗਊਆਂ ਪਾਲਣ ਵਾਲੀ ਬਰਾਦਰੀ। ਵਾਸਦੇਵ ਛਤਰੀ ਸਨ, ਦੇਵਕੀ ਮਾਂ ਜਿਹੜੀ ਛਤਰਾਣੀ ਸੀ, ਕੰਸ ਦੀ ਭੈਣ ਸੀ। ਉਹ ਕੰਸ ਦੇ ਚਾਚੇ ਦੀ ਲੜਕੀ ਸੀ, ਉਗਰਸੈਨ ਦੀ ਦੇਵਕੀ। ਤੇ ਜਿਹੜਾ ਇਹ ਪਰਿਵਾਰ ਸੀ, ਇਹ ਛਤਰੀਆਂ ਦਾ ਪਰਿਵਾਰ ਸੀ, ਰਾਜਿਆਂ ਦਾ ਪਰਿਵਾਰ ਸੀ। ਪਰ ਕੰਸ ਕਿਉਂਕਿ ਭਗਵਾਨ ਕ੍ਰਿਸ਼ਨ ਜੀ ਨੂੰ ਜੰਮਦਿਆਂ ਹੀ ਮਾਰ ਦੇਣਾ ਚਾਹੁੰਦਾ ਸੀ ਜੇਲ੍ਹ ਦੇ ਵਿੱਚ, ਕਿਉਂਕਿ ਉਸ ਨੂੰ ਇਹ ਪਤਾ ਸੀ ਵੀ ਜਿਹੜਾ ਦੇਵਕੀ ਦਾ 8ਵਾਂ ਬੱਚਾ ਹੋਏਗਾ ਉਹ ਮੈਨੂੰ ਮਾਰ ਦੇਵੇਗਾ। ਇਸੇ ਕਰਕੇ ਉਹਨੇ ਭੈਣ ਤੇ ਜੀਜੇ ਨੂੰ ਕੈਦ ਕਰ ਲਿਆ ਵੀ ਇਹਨਾਂ ਦਾ ਬੱਚਾ ਜਿਹੜਾ ਵੀ ਹੋਵੇ ਨਾ ਮੇਰੇ ਸਾਹਮਣੇ 8ਵਾਂ ਬੱਚਾ ਹੋਵੇਗਾ ਮਾਰ ਦਿਆਂਗਾ। ਕਹਿੰਦੇ ਉਹਨੇ ਜਦੋਂ ਭੈਣ ਨੂੰ ਤੇ ਜੀਜੇ ਨੂੰ ਕੈਦ ਕਰ ਲਿਆ, ਪਹਿਲਾ ਬੱਚਾ ਹੋਣ ਵਾਲਾ ਹੋਇਆ। ਨਾਰਦ ਮੁਨੀ ਆ ਗਏ। ਨਾਰਦ ਮੁਨੀ ਨੇ ਕੰਸ ਨੂੰ ਆਖਿਆ, 8 ਲੀਕਾਂ ਜ਼ਮੀਨ ਤੇ ਕੱਢੀਆਂ, ਲਕੀਰਾਂ ਪਾਈਆਂ, ਕਹਿੰਦੇ ਗਿਣਤੀ ਕਰੋ, ਇਧਰੋਂ ਕਰੋ ਭਾਵੇਂ ਇਧਰੋਂ ਕਰੋ, ਇਧਰੋਂ ਗਿਣੋਗੇ ਤਾਂ ਵੀ 8 ਨੇ, ਇਧਰੋਂ ਕਰੋਗੇ ਤਾਂ ਵੀ 8 ਨੇ, ਵਿਚਕਾਰੋਂ ਸ਼ੁਰੂ ਕਰ ਦਿਓ ਤਾਂ ਵੀ 8 ਨੇ। ਕੰਸ ਸਮਝ ਗਿਆ ਵੀ ਇਹ ਕੀ ਕਹਿਣਾ ਚਾਹੁੰਦਾ। ਉਹ ਕਹਿੰਦਾ ਵੀ 8ਵਾਂ ਬੱਚਾ ਹੋ ਸਕਦਾ ਪਹਿਲਾਂ ਹੀ 8ਵਾਂ ਹੋ ਜਾਏ, ਜ਼ਰੂਰੀ ਤਾਂ ਨਹੀਂ ਵੀ 8ਵੇਂ ਨੰਬਰ ਤੇ ਹੋਏਗਾ ਉਹ ਹੀ ਮਾਰੇਗਾ, ਪਹਿਲਾਂ ਵੀ 8 ਬੱਚੇ ਹੋਣੇ ਨੇ, ਪਹਿਲਾਂ ਵੀ ਮਾਰ ਸਕਦਾ। ਉੱਠੀ ਮੱਤ ਦੇਤੀ ਨਾਰਦ ਨੇ। ਪਾਪ ਦਾ ਘੜਾ ਜੋ ਭਰਵਾਣਾ ਸੀਗਾ, ਉਹ ਕੰਸ ਨੇ ਕੀ ਕੀਤਾ, ਉਹਨੇ ਪਹਿਲਾ ਬੱਚਾ ਜੰਮਦੇ ਹੀ ਮਾਰ ਦਿੱਤਾ, ਦੂਜਾ ਹੋਇਆ ਉਹ ਵੀ ਮਾਰ ਦਿੱਤਾ, 6 ਬੱਚੇ ਮਾਰ ਦਿੱਤੇ। 7ਵਾਂ ਜਦੋਂ ਹੋਣ ਵਾਲਾ ਸੀ, ਮੰਤਰ ਸ਼ਕਤੀ ਦੇ ਨਾਲ ਉਹ ਬੱਚਾ ਰੋਹਿਣੀ ਦੇ ਪੇਟ 'ਚ ਪਹੁੰਚਾਇਆ ਗਿਆ ਵੀ ਇੱਥੋਂ ਇਹ ਬੱਚੇ ਦੀ ਜਾਨ ਬਚ ਜਾਵੇ। 8ਵਾਂ ਕ੍ਰਿਸ਼ਨ 'ਚ ਪੈਦਾ ਹੋਇਆ, 7ਵਾਂ ਬਲਰਾਮ ਸੀਗਾ। ਤੇ 8ਵਾਂ ਕ੍ਰਿਸ਼ਨ ਜਦੋਂ ਪੈਦਾ ਹੋਏ ਤੇ ਉਹ ਫਿਰ ਉਸ ਵੇਲੇ ਉਹ ਪਰਮੇਸ਼ਰ ਦੀ ਸ਼ਕਤੀ ਸੀ, ਅਕਾਲ ਪੁਰਖ ਦਾ ਕੋਈ ਭਾਣਾ ਵਰਤਣਾ ਸੀ। ਦਰਵਾਜ਼ੇ ਖੁੱਲ੍ਹ ਗਏ, ਪਹਿਰੇਦਾਰ ਸੌਂ ਗਏ। ਵਾਸੁਦੇਵ ਪਿਤਾ ਬੱਚੇ ਨੂੰ ਲੈ ਕੇ ਉੱਥੋਂ ਜਮਨਾ ਟੱਪ ਕੇ ਤੇ ਪਰਲੇ ਪਾਸੇ ਪਿੰਡ ਪੈਂਦਾ ਸੀ ਗੋਕੁਲ, ਉੱਥੇ ਜਾ ਕੇ ਨੰਦ ਬਾਬਾ ਦੇ ਘਰ ਇਸ ਬੱਚੇ ਨੂੰ ਛੱਡ ਆਏ। ਯਸ਼ੋਦਾ ਨੇ ਮਾਂ ਨੇ ਆਪਣਾ ਪੁੱਤਰ ਸਮਝ ਕੇ ਪਾਲਿਆ, ਤੇ ਯਸ਼ੋਦਾ ਵੀ ਮਾਂ ਹੈ ਤੇ ਦੇਵਕੀ ਵੀ ਮਾਂ। ਜਨਮ ਦੇਣ ਵਾਲੀ ਦੇਵਕੀ ਹੈ ਤੇ ਪਾਲਣ ਵਾਲੀ ਯਸ਼ੋਦਾ ਹੈ। ਪਿਓ ਵੀ ਦੋ ਹਨ, ਜਨਮ ਦੇਣ ਵਾਲਾ ਵਾਸੁਦੇਵ ਹੈ, ਪਾਲਣ ਵਾਲਾ ਨੰਦ ਹੈ। ਤੋ ਇਸ ਕਰਕੇ ਉਹਨੂੰ ਨੰਦ ਲਾਲ ਕਹਿੰਦੇ ਨੇ, ਨੰਦ ਕੋ ਨੰਦਨ, ਨੰਦ ਦਾ ਪੁੱਤਰ। ਭਗਤ ਕਬੀਰ ਜੀ ਕਹਿੰਦੇ, ਤੁਸੀਂ ਕਹਿੰਦੇ ਹੋ ਨੰਦ ਦਾ ਪੁੱਤਰ ਹੈ, ਨੰਦ ਦਾ ਪੁੱਤਰ ਭਗਵਾਨ ਨੰਦ ਦਾ ਪੁੱਤਰ ਹੈ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਗੁਰੂ ਗ੍ਰੰਥ ਸਾਹਿਬ ਜੀ ਗੌੜੀ ਭਗਤਾਂ ਦੀ ਬਾਣੀ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਨੰਦ ਕਿਹਦਾ ਪੁੱਤਰ ਹੈ? ਕ੍ਰਿਸ਼ਨ ਤਾਂ ਨੰਦ ਦਾ ਪੁੱਤਰ ਹੈ, ਤੇ ਨੰਦ ਕਿਹਦਾ ਪੁੱਤਰ ਹੈ? ਨੰਦ ਵੀ ਤਾਂ ਕਿਸੇ ਦਾ ਪੁੱਤਰ ਹੋਏਗਾ, ਔਰ ਜਿਹਦਾ ਪੁੱਤਰ ਨੰਦ ਹੈ ਉਹ ਵੀ ਕਿਸੇ ਦਾ ਪੁੱਤਰ ਹੋਏਗਾ। ਇੱਦਾਂ ਫਿਰ ਦੁਨੀਆ ਬਣਾਉਣ ਵਾਲਾ ਜਿਹੜਾ ਸਭ ਤੋਂ ਪਹਿਲੇ ਹੈ, ਉਹ ਭਗਵਾਨ ਕਿਵੇਂ ਹੋ ਗਿਆ ਨੰਦ ਦਾ ਪੁੱਤਰ? ਨੰਦ ਸੋ ਨੰਦਨ ਕਾ ਕੋਰੇ, ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਉਦੋਂ ਕਿੱਥੇ ਸੀ ਇਹ ਨੰਦ? ਭਾਵ ਉਹਦਾ ਪਿਓ ਨਹੀਂ। ਕਬੀਰ ਕੋ ਠਾਕੁਰ ਜਾ ਕੋ ਸੁਆਮੀ, ਜਾ ਕੋ ਮਾਈ ਨਾ ਬਾਪੋ ਰੇ। ਕਬੀਰ ਦਾ ਮਾਲਕ ਐਸਾ ਹੈ
ਜਿਹਦੀ ਮਾਂ ਵੀ ਕੋਈ ਨਹੀਂ, ਜਿਹਦਾ ਬਾਪ ਵੀ ਕੋਈ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਆ, ਜਿਹੜੇ ਪ੍ਰਮਾਤਮਾ ਬਾਰੇ, ਭਗਵਾਨ ਬਾਰੇ ਵੇਦ ਸ਼ਾਸਤਰ ਇਹ ਕਹਿੰਦੇ ਆ ਵੀ ਅਜੂਨੀ ਹੈ, ਉਹ ਫਿਰ ਦੇਵਕੀ ਦੇ ਪੇਟ ਤੋਂ ਕਿਵੇਂ ਜਨਮ ਲੈ ਰਿਹਾ ਹੈ? ਤਾਤ ਨਾ ਮਾਤ ਕਹੈ ਜੇਹ ਕੋ। ਕਹਿੰਦੇ ਜਿਹਦੀ ਮਾਂ ਵੀ ਕੋਈ ਨਹੀਂ, ਜਿਹਦਾ ਬਾਪ ਵੀ ਕੋਈ ਨਹੀਂ, ਉਹ ਮਾਂ ਬਾਪ ਤੋਂ ਬਿਨਾਂ ਹੈ, ਆਪੇ ਆਪ ਪੈਦਾ ਹੋਇਆ ਹੈ। ਦੇਹ ਕਿਉ ਵਸੁਦੇਵ ਬਾਪ ਕਹਾਇਓ। ਉਹ ਭਗਵਾਨ ਵਾਸੁਦੇਵ ਦਾ ਪੁੱਤਰ ਕਿਵੇਂ ਬਣ ਗਿਆ? ਤੇ ਕਿਉਂ ਬਸ ਉਹਦਾ ਪਿਤਾ ਬਾਪ ਵਾਸੁਦੇਵ ਕਿਵੇਂ ਹੋ ਗਿਆ? ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਸੇ ਵੀ ਭਰਮ ਦਾ ਪਰਦਾ ਰਹਿਣ ਨਹੀਂ ਦਿੱਤਾ, ਪਾੜੀ ਜਾਂਦੇ ਆ ਭਰਮ ਦੇ ਪਰਦੇ। ਤੇ ਸਾਧ ਸੰਗਤ ਜੀ, ਇਹ ਵਿਸ਼ਾ ਇੰਨਾ ਗੰਭੀਰ ਹੈ ਨਾ, ਦਸਮ ਪਾਤਸ਼ਾਹ ਕਲਗੀਧਰ ਪਿਤਾ ਦੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਜਨਮ ਵਿੱਚ ਸਮਝਣ ਵਾਲਾ ਆਉਣ ਵਾਲਾ ਨਹੀਂ ਹੈ। ਅਭਿਆਸ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਫਿਰ ਸਮਝ ਆਏਗੀ। ਕਈ ਵਾਰੀ ਇੱਥੇ ਸ਼ੰਕਾ ਵੀ ਇੱਕ ਪਾਸੇ ਦਾ ਉਪਮਾ ਹੋ ਰਹੀ, ਇੱਕ ਪਾਸੇ ਨਿੰਦਾ ਹੋ ਰਹੀ ਹੈ। ਇਹ ਬਾਰ-ਬਾਰ ਕਿਉਂ ਹੋ ਰਿਹਾ ਐਸਾ? ਅਸਲ 'ਚ ਬਾਰ-ਬਾਰ ਤੁਹਾਨੂੰ ਦੱਸਿਆ ਜਾ ਰਿਹਾ ਵੀ ਨਿੰਦਾ ਹੋ ਰਹੀ ਹੈ ਸਰੀਰ ਦੀ, ਨਾਸਮਾਨਤਾ ਦੀ, ਅਗਿਆਨਤਾ ਦੀ। ਉਪਮਾ ਹੋ ਰਹੀ ਹੈ ਪਰਮਾਤਮਾ ਦੀ, ਪਰਮ ਜੋਤ ਦੀ। ਇਹ ਗੱਲ ਸਮਝ ਲੈਣਾ। ਜਿੱਥੇ ਉਹਨਾਂ ਅਵਤਾਰਾਂ 'ਚ ਪਰਮੇਸ਼ਰ ਦੀ ਜੋਤ ਹੈ, ਉੱਥੇ ਸਤਿਕਾਰ ਨਾਲ ਨਾਂ ਲਿਆ। ਜਿੱਥੇ ਭਰਮ ਦਾ ਪੜਦਾ, ਉਹ ਪਾੜੀ ਜਾ ਰਹੇ ਨੇ ਮਹਾਰਾਜ। ਕਹਿੰਦੇ ਜਿਹੜਾ ਪਰਮੇਸ਼ਰ ਮਾਤਾ ਪਿਤਾ ਤੋਂ ਰਹਿਤ ਹੈ, ਉਹ ਫਿਰ ਵਾਸੁਦੇਵ ਦਾ ਪੁੱਤਰ ਕਿਵੇਂ ਬਣ ਗਿਆ? ਕਾਹੇ ਕੋ ਈਸਮ ਹਿਸਹਿ ਭਾਖਤ। ਮਹਾਰਾਜ ਕਹਿੰਦੇ ਤੁਸੀਂ ਦੇਵੀ ਦੇਵਤਿਆਂ ਨੂੰ ਰੱਬ ਮੰਨੀ ਬੈਠੇ ਹੋ, ਏਸ ਈਸ਼ਵਰ ਕਿਉਂ ਮੰਨਦੇ ਹੋ ਮਹੇਸ਼ ਨੂੰ? ਕਾਹੇ ਕੋ ਏਸ ਕਹਿੰਦੇ ਈਸ਼ਵਰ, ਮਾਲਕ, ਸੁਆਮੀ। ਸੋ ਖਾਲਸਾ ਜੀ, ਸਕਰੀਨ ਵਾਲੇ ਪਾਸੇ ਥੋੜਾ ਘੱਟ ਧਿਆਨ ਦਿਓ। ਮੈਂ ਤੁਹਾਡੇ ਨਾਲ ਅੱਖਾਂ ਸਾਂਝੀਆਂ ਕਰ ਰਿਹਾ, ਨੇਤਰ ਚਾਰ। ਜੇ ਉੱਤੇ ਵੇਖੋਗੇ ਮੈਂ ਵੀ ਉਧਰ ਹੀ ਵੇਖੀ ਜਾਵਾਂਗਾ। ਇਹ ਬੜਾ ਵੱਡਾ ਵਿਘਨ ਪੈਂਦਾ, ਜੇ ਮਾਫ ਕਰ ਦੇਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਪੜੋ ਜੀ। ਕਾਹੇ ਕੋ ਈਸਮ ਹਿਸਹਿ ਭਾਖਤ। ਮਹਾਰਾਜ ਕਹਿੰਦੇ ਆ ਤੁਸੀਂ ਮਹੇਸ਼ ਨੂੰ, ਸ਼ਿਵ ਜੀ ਨੂੰ ਕਿਉਂ ਈਸ਼ਵਰ ਕਹਿੰਦੇ ਹੋ? ਏਸ ਕਹਿੰਦੇ ਈਸ਼ਵਰ, ਮਾਲਕ, ਸੁਆਮੀ। ਕਈ ਲੋਕ शिव जी ਨੂੰ ਹੀ ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਉਹਨੂੰ ਹੀ ਸਦਾ ਸਿਵ ਸਮਝੀ ਬੈਠੇ ਆ, ਜਿਹੜਾ ਮਹਾਦੇਵ ਹੈ। ਮਹਾਰਾਜ ਕਹਿੰਦੇ ਕਿਵੇਂ ਕਹਿੰਦੇ ਹੋ, ਕਿਉਂ ਕਹਿੰਦੇ ਹੋ? ਕਾਹੇ ਦਜੇਸ ਕੋ ਏਸ ਬਖਾਨਿਓ। ਔਰ ਕਿਵੇਂ ਤੁਸੀਂ ਦਜੇਸ ਬ੍ਰਹਮਾ ਨੂੰ, ਦਿਜ ਨਾਮ ਹੈ ਬ੍ਰਾਹਮਣ ਦਾ, ਜੋ ਬ੍ਰਾਹਮਣਾ ਦਾ ਈਸ਼ਵਰ ਹੈ, ਬ੍ਰਾਹਮਣਾ ਦਾ ਵੱਡਾ ਹੈ। ਉਹ ਕੌਣ ਹੈ? ਉਹ ਬ੍ਰਹਮਾ ਹੈ। ਤੁਸੀਂ ਬ੍ਰਾਹਮਣਾਂ ਦੇ ਈਸ਼ਵਰ ਨੂੰ, ਬ੍ਰਹਮਾ ਨੂੰ ਕਿਉਂ ਪਰਮੇਸ਼ਰ ਮੰਨਦੇ ਹੋ? ਕਾਹੇ ਦਿਜੇਸ ਕੋ ਏਸ ਬਖਾਨਿਓ। ਹਾਂਜੀ, ਹੈ ਨਾ ਰਗਵੇਸ਼ ਜਦ ਵੇਸ਼ ਰਮਾਪਤ। ਮਹਾਰਾਜ ਕਹਿੰਦੇ ਇੱਕ ਰਘੂਵੇਸ਼, ਰਘੂਬੰਸੀ, ਜਿਹੜਾ ਰਘੂ ਰਾਜੇ ਦਾ ਪਰਿਵਾਰ ਹੈ, ਉਹਦੇ ਵਿੱਚ ਹੋਏ ਨੇ ਸ੍ਰੀ ਰਾਮਚੰਦਰ ਜੀ। ਉਹਨਾਂ ਨੂੰ ਵੀ ਤੁਸੀਂ ਰੱਬ ਮੰਨੀ ਬੈਠੇ ਹੋ। ਹੈ ਨਾ ਰਘਵੇਸ਼, ਉਹ ਜਿਹੜਾ ਪਰਮਾਤਮਾ ਹੈ ਉਹ ਇੱਕ ਕੁੱਲ ਦਾ ਨਹੀਂ, ਉਹਦੇ ਸਾਰਿਆਂ ਦਾ। ਉਹ ਰਘੂਬੰਸੀ ਕਿਵੇਂ ਹੋ ਗਿਆ? ਉਹਦੇ ਸਾਰੇ ਹੀ ਬੰਸ ਉਹਦਾ। ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਰਘੂਬੰਸ 'ਚ ਕਿਵੇਂ ਜੰਮ ਪਿਆ? ਇੱਕ ਕੁੱਲ ਦਾ ਕਿਵੇਂ ਹੋ ਗਿਆ? ਹੈ ਨਾ ਰਘੂਵੇਸ਼ ਜਦਵੇਸ਼। ਜਦਵੇਸ਼ ਜਾਦੂਆਂ ਦੀ ਕੁੱਲ, ਸ੍ਰੀ ਕ੍ਰਿਸ਼ਨ ਜੀ ਜਾਦੂਆਂ ਦੀ ਕੁੱਲ 'ਚ ਹੋਏ ਨੇ। ਕਹਿੰਦੇ ਜਿਹਨੂੰ ਤੁਸੀਂ ਕ੍ਰਿਸ਼ਨ ਕਹਿੰਦੇ ਹੋ ਤੇ ਜਾਦੂਆਂ ਦੀ ਕੁੱਲ 'ਚ ਹੈ, ਉਹ ਕਿਵੇਂ ਪਰਮੇਸ਼ਰ ਬਣ ਗਿਆ? ਪਰਮੇਸ਼ਰ ਨੇ ਤੇ ਸਾਰੀਆਂ ਕੁਲਾਂ ਪੈਦਾ ਕੀਤੀਆਂ ਨੇ, ਉਹ ਫਿਰ ਕਿਸੇ ਕੁੱਲ 'ਚ ਕਿਵੇਂ ਆ ਗਿਆ? ਤੈ ਜਿਨ ਕੋ ਵਿਸ਼ਵਨਾਥ ਪਛਾਨਿਓ। ਔਰ ਰਮਾਪਤੀ ਜੋ ਮਾਇਆ ਦਾ ਪਤੀ ਹੈ, ਜੋ ਲక్ష్ਮੀ ਦਾ ਪਤੀ ਹੈ ਕਿਹਾ ਜਾਂਦਾ ਹੈ, ਜਿਸ ਨੂੰ ਤੁਸੀਂ ਵਿਸ਼ਵਨਾਥ ਮੰਨੀ ਬੈਠੇ ਹੋ, ਸਾਰੀ ਸ੍ਰਿਸ਼ਟੀ ਦਾ ਮਾਲਕ ਮੰਨੀ ਬੈਠੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ, ਗੁਰੂ ਨਾਨਕ ਦੇਵ ਜੀ ਦੇ ਇਹਨਾਂ ਬਚਨਾਂ ਦੀ ਵਿਆਖਿਆ ਜਿਹੜਾ ਰੋਜ਼ ਪੜ੍ਹਦੇ ਹੋ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸ਼ਬਦ ਹਜ਼ਾਰਿਆਂ ਵਿੱਚ, ਬਿਲਾਵਲ ਰਾਗ ਵਿੱਚ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ। ਤੂੰ ਸੁਲਤਾਨ, ਹੇ ਵਾਹਿਗੁਰੂ ਤੂੰ ਤੇ ਬਾਦਸ਼ਾਹ ਦਾ ਬਾਦਸ਼ਾਹ, ਸੁਲਤਾਨ, ਵੱਡਾ, ਵੱਡਿਆਂ ਤੋਂ ਵੱਡਾ ਹੈ। ਵੱਡੀ ਹੂੰ ਵੱਡਾ, ਅਪਾਰ ਤੇਰਾ ਮਰਤਬਾ। ਇੱਕ ਬਾਦਸ਼ਾਹ ਨੂੰ
ਇੱਕ ਸਾਰੀ ਦੁਨੀਆ ਦੇ ਰਾਜੇ ਮਹਾਰਾਜੇ ਨੂੰ ਕੋਈ ਕਵੇ ਮੀਆਂ ਜੀ, ਮੀਆਂ ਜੀ ਕਵੇ, ਉਹਦੀ ਵਡਿਆਈ ਹੈ ਕਿ ਨਿੰਦਾ ਹੈ? ਆਖੋ ਸ੍ਰੀ ਵਾਹਿਗੁਰੂ। ਉਹਦੀ ਵਡਿਆਈ ਹੈ ਜਾਂ ਉਹਦੀ ਨਿੰਦਾ ਹੈ? ਇੱਕ ਹੋਵੇ ਤੇ ਸਾਰੀ ਦੁਨੀਆ ਦਾ ਮਾਲਕ, ਉਹਨੂੰ ਮੀਆਂ ਕਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ, ਵਾਹਿਗੁਰੂ ਤੂੰ ਹੈ ਤੇ ਪਾਤਸ਼ਾਹ ਦਾ ਪਾਤਸ਼ਾਹ, ਬਹੁਤ ਵੱਡਾ, ਮੈਂ ਤੈਨੂੰ ਮੀਆਂ ਕਹੀ ਜਾਂਦਾ ਹਾਂ। ਇਹ ਤੇਰੀ ਵਡਿਆਈ ਥੋੜਾ, ਤੇਰੀ ਕਮਨ ਵਡਾਈ, ਇਹ ਕਾਹਦੀ ਵਡਿਆਈ ਹੋਈ? ਇੱਕ ਬਾਦਸ਼ਾਹ ਨੂੰ ਮੀਆਂ ਕਹਿਣਾ, ਕਿਸੇ ਵੱਡੇ ਅਫਸਰ ਨੂੰ ਸਿਪਾਹੀ ਕਹਿ ਦਿਓ, ਉਹਨੂੰ ਕੋਈ ਛੋਟਾ ਕਰਮਚਾਰੀ ਦਾ ਅਹੁਦਾ ਤੇ ਕਿਸੇ ਪੁਲਿਸ ਦੇ DIG IG ਨੂੰ ਕਹਿ ਦਿਓ ਹੌਲਦਾਰ ਜੀ, ਜਾਂ ਉਹਨੂੰ ਕੋਈ ਕਾਂਸਟੇਬਲ ਕਹਿ ਦਿਓ, ਤੇ ਉਹ ਕਹੇਗਾ ਲੈ ਮੈਂ DIG ਹਾਂ IG ਹਾਂ ਤੇ ਤੂੰ ਮੈਨੂੰ ਛੋਟਾ ਕਿਉਂ ਕਿਹਾ? ਕਹਿ ਸਕਦੇ ਕਿਸੇ ਵੱਡੇ ਅਹੁਦੇ ਵਾਲੇ ਨੂੰ ਛੋਟੇ ਅਹੁਦੇ ਨਾਲ ਨਹੀਂ ਬੁਲਾਇਆ ਜਾ ਸਕਦਾ। ਵਾਹਿਗੁਰੂ ਤੂੰ ਬਹੁਤ ਵੱਡਾ ਹੈ, ਮੈਂ ਤੈਨੂੰ ਛੋਟਾ ਕਰਕੇ ਬਿਆਨ ਕਰੀ ਜਾਂਦਾ, ਇਹ ਮੇਰੀ ਮੂਰਖਤਾ ਹੈ, ਅਗਿਆਨਤਾ ਹੈ। ਤੇਰੀ ਕਵਨ ਵਡਾਈ, ਤੇਰੀ ਕਾਹਦੀ ਵਡਿਆਈ? ਮੈਂ ਵਡਿਆਈ ਕਰ ਹੀ ਨਹੀਂ ਸਕਦਾ। ਭਾਈ ਗੁਰਦਾਸ ਜੀ ਇਹਨਾਂ ਪੰਕਤੀਆਂ ਦੀ ਵਿਆਖਿਆ ਆਪਣੇ ਕਵਿਤ ਸਵਈਆਂ 'ਚ ਕਰਦੇ ਆ। ਭਾਈ ਸਾਹਿਬ ਕਹਿੰਦੇ ਆ, ਜਾਂ ਕੋ ਏਕ ਬਾਵਰੋ ਵਿਸ਼ਵਨਾਥ ਨਾਮ ਕਹਾਵੈ, ਤਾਹੇ ਬਿਰਜ ਰਾਜ ਕਹਿ ਕੌਣ ਸੀ ਵਡਾਈ ਹੈ। ਜਿਸ ਪਰਮਾਤਮਾ ਦਾ ਇੱਕ ਨੌਕਰ, ਇੱਕ ਸੇਵਕ ਵਿਸ਼ਵਨਾਥ ਬਣ ਜਾਂਦਾ ਹੈ, ਵਿਸ਼ਵਨਾਥ, ਸਾਰੇ ਵਰਲਡ ਦਾ ਰਾਜਾ। ਪਰਮਾਤਮਾ ਐਡਾ ਵੱਡਾ ਹੈ ਵੀ ਉਹਦਾ ਨਾਮ ਜਪਣ ਵਾਲੇ ਜਿਹੜੇ ਸੰਤ ਮਹਾਂਪੁਰਸ਼ ਨੇ, ਭਾਵੇਂ ਉਹਨਾਂ ਦੇ ਤਨ ਤੇ ਕੱਪੜਾ ਨਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਪੈਰਾਂ 'ਚ ਜੁੱਤੀ ਨਾ ਹੋਵੇ, ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਲੀਰਾਂ ਦੀ ਝੌਂਪੜੀ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ, ਕੱਪੜੇ ਸਾਰੇ ਪਾਟੇ ਹੋਣ, ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ, ਨਾ ਕੋਈ ਜਾਤ ਬਰਾਦਰੀ 'ਚ ਸਨਮਾਨ ਹੋਵੇ, ਨਾ ਆਦਰ ਹੋਵੇ। ਉਦਿਆਨ ਪਰਮੇਨਾ, ਜੰਗਲਾਂ ਵਿੱਚ ਭਟਕਦਾ ਹੋਵੇ, ਕੋਈ ਖਾਣ ਨੂੰ ਰੋਟੀ ਨਾ ਹੋਵੇ, ਕੋਈ ਪੁੱਛਣ ਵਾਲਾ ਨਾ ਹੋਵੇ। ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਉਹਦੇ ਨਾ ਕੋਈ ਮਿੱਤਰ ਦੋਸਤ ਹੋਣ, ਨਾ ਉਹਦਾ ਰੂਪ ਸੋਹਣਾ ਹੋਵੇ, ਤੇ ਨਾ ਉਹਦੇ ਕੋਲ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਹੋਵੇ। ਪਰ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜੇ ਉਹ ਵਾਹਿਗੁਰੂ ਦੇ ਨਾਮ 'ਚ ਭਿੱਜਾ ਹੋਇਆ, ਸਾਰੀ ਧਰਤੀ ਦਾ, ਸਾਰੀ ਸ੍ਰਿਸ਼ਟੀ ਦਾ, ਸਾਰੀ ਦੁਨੀਆ ਦਾ ਬਾਦਸ਼ਾਹ ਹੈ, ਰਾਜਾ ਹੈ। ਤਿਸ ਕੀ ਧੂੜ ਮਨ ਉਧਰੈ, ਉਹ ਮਹਾਂਪੁਰਸ਼ ਦੇ ਚਰਨਾਂ ਦੀ ਧੂੜ ਕਿਸੇ ਬੰਦੇ ਦੇ ਮੱਥੇ ਲੱਗ ਜਾਵੇ, ਉਹ ਬੰਦਾ ਤਰ ਜਾਂਦਾ। ਕਿਉਂ? ਉਹ ਰੱਬ ਨਾਲ ਜੁੜਿਆ ਹੋਇਆ, ਤੇ ਜਿਹੜਾ ਰੱਬ ਨਾਲ ਜੁੜਿਆ ਉਹਦਾ ਰਾਜਾ ਸਗਲੀ ਸ੍ਰਿਸ਼ਟ ਕਾ, ਸਾਰੀ ਦੁਨੀਆ ਦਾ ਰਾਜਾ ਹੈ। ਰੱਬ ਦਾ ਸੇਵਕ, ਰੱਬ ਦਾ ਭਗਤ ਸਾਰੀ ਦੁਨੀਆ ਦਾ ਰਾਜਾ ਹੈ। ਤੇ ਜੇ ਕੋਈ ਰੱਬ ਨੂੰ ਕਵੇ ਵੀ ਉਹ ਰੱਬ ਜਿਹੜਾ ਪ੍ਰਮਾਤਮਾ ਐਡਾ ਵੱਡਾ, ਉਹ ਇੱਕ ਛੋਟੇ ਜਿਹੇ ਬ੍ਰਿਜ ਦੇ ਇਲਾਕੇ ਦਾ ਰਾਜਾ ਹੈ, ਬਿਰਜਨਾਥ। ਜਾਂ ਕੋ ਏਕ ਬਾਵਰੋ ਵਿਸ਼ਵਨਾਥ ਨਾਮ ਕਹਾਵੈ, ਤਾਹੇ ਬਿਰਜਨਾਥ ਕਹੈ ਕੌਣ ਸੀ ਵਡਾਈ ਹੈ। ਹੁਣ ਗੱਲ ਸਮਝ ਆ ਗਈ? ਭਾਈ ਸਾਹਿਬ ਇਹ ਕਹਿਣਾ ਚਾਹੁੰਦੇ ਆ ਵੀ ਜਿਸ ਪਰਮਾਤਮਾ ਦੇ ਇੱਕ ਸੇਵਕ ਨੂੰ ਵਰਲਡ ਦਾ ਬਾਦਸ਼ਾਹ ਮੰਨਿਆ ਜਾ ਸਕਦਾ, ਉਸ ਪਰਮਾਤਮਾ ਨੂੰ ਇਹ ਕਹਿਣਾ ਵੀ ਉਹ ਇਕੱਲੇ ਬਿਰਜ ਦੇ ਛੋਟੇ ਜਿਹੇ ਇਲਾਕੇ ਦਾ ਨਾਥ ਹੈ, ਉਹਦੀ ਵਡਿਆਈ ਹੈ ਕਿ ਨਿੰਦਾ ਹੈ? ਜਾਨਤ ਸਤੁਤ, ਸਤੁਤ ਮੈਨੇ ਉਸਤਤ ਕਰਨੀ, ਤਾਰੀਫ ਕਰਨੀ, ਵਡਿਆਈ ਕਰਨੀ। ਸਮਝਦੇ ਨੇ ਲੋਕ ਵੀ ਅਸੀਂ ਭਗਵਾਨ ਦੀ ਉਸਤਤ ਕਰ ਰਹੇ ਹਾਂ। ਜਾਨਤ ਸਤੁਤ ਕਰਤ ਨਿੰਦਾ ਅੰਧ ਮੂੜ, ਪਰ ਅੰਨੇ ਮੂਰਖ ਲੋਕ ਨਿੰਦਾ ਹੀ ਕਰੀ ਜਾਂਦੇ ਆ ਭਗਵਾਨ ਦੀ। ਉਹ ਵੱਡੇ ਨੂੰ ਛੋਟਾ ਕਹੀ ਜਾਂਦੇ ਆ। ਜਾਨਤ ਸਤੁਤ ਕਰਤ ਨਿੰਦਾ ਅੰਧ ਮੂੜ, ਐਸੇ ਅਰਾਧ ਬੇਤੇ ਮੋਨ ਸੁਖ ਦਾਈ ਹੈ।
ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ ਅਰਾਧਨ ਨਾਲੋਂ ਚੁੱਪ ਰਹਿਣ ਚੰਗਾ। ਜੇ ਪ੍ਰਮਾਤਮਾ ਦੀ ਸਿਫਤ ਕਰਨੀ ਨਹੀਂ ਆਉਂਦੀ ਤੇ ਚੁੱਪ ਹੀ ਰਹਿ ਜਾਓ, ਵੱਡੇ ਨੂੰ ਛੋਟਾ ਕਹਿ ਰਹੇ ਹੋ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਕਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਵਿਸ਼ਵਨਾਥ ਸਮਝਣਾ ਸੀ ਉਹਨਾਂ ਨੂੰ ਬੜਾ ਛੋਟੇ ਜਿਹੇ ਦਾਇਰੇ 'ਚ ਲੈ ਆਏ ਹੋ ਕਿ ਇਹ ਬ੍ਰਹਮਾ ਹੈ, ਇਹ ਵਿਸ਼ਨੂੰ ਹੈ, ਇਹ ਸ਼ਿਵ ਜੀ, ਇਹ ਰੱਬ ਹੈ। ਉਹ ਰੱਬ ਤਾਂ ਭਾਈ ਬਹੁਤ ਵੱਡਾ ਹੈ। ਹਾਂਜੀ, ਇੱਕ ਕੋ ਛਾੜ ਅਨੇਕ ਭਜੈ। ਇੱਕ ਪਰਮਾਤਮਾ ਦੀ ਪੂਜਾ ਕਰਨੀ ਛੱਡ ਕੇ ਅਨੇਕ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਹੋ, ਅਨੇਕ ਦੇਵਵਾਦ 'ਚ ਫਸ ਗਏ ਹੋ। 33 ਕਰੋੜ ਦੇਵੀ ਦੇਵਤਿਆਂ ਦੀ ਵੱਖਰੀਆਂ ਵੱਖਰੀਆਂ ਮੂਰਤੀਆਂ, ਵੱਖਰੇ ਵੱਖਰੇ ਮੰਦਿਰ ਬਣਾ ਲਏ ਨੇ ਤੇ ਬਸ ਉਹਨਾਂ ਦੀ ਆਰਾਧਨਾ 'ਚ ਫਸ ਗਏ ਹੋ। ਤੇ ਦਿੱਕਤ ਜਿਹੜੀ ਹਿੰਦੁਸਤਾਨ ਦੀ ਗੁਲਾਮੀ ਹੋਈ ਖਾਲਸਾ ਜੀ, ਉਹਦਾ ਕਾਰਨ ਵੀ ਇਹੀ ਬਣਿਆ ਵੀ ਬਹੁਤੇ ਪਾਸੇ ਖਿੰਡ ਗਏ। ਜਿਹੜਾ ਗਣੇਸ਼ ਨੂੰ ਮੰਨਦਾ ਸੀ ਉਹ ਹਨੂਮਾਨ ਦੇ ਪੁਜਾਰੀਆਂ ਨੂੰ ਗਾਲਾਂ ਕੱਢਦਾ ਸੀ, ਜਿਹੜਾ ਹਨੂਮਾਨ ਨੂੰ ਮੰਨਦਾ ਸੀ ਉਹ ਸ਼ਿਵ ਜੀ ਦੇ ਪੁਜਾਰੀਆਂ ਦੀ ਨਿੰਦਾ ਕਰੀ ਜਾਂਦਾ ਸੀ, ਜਿਹੜਾ ਸ਼ਿਵ ਜੀ ਨੂੰ ਮੰਨਦਾ ਸੀ ਉਹ ਬ੍ਰਹਮਾ ਦੇ ਪੁਜਾਰੀਆਂ ਨੂੰ ਮਾੜਾ ਕਹਿੰਦਾ ਸੀ, ਜਿਹੜਾ ਬ੍ਰਹਮਾ ਨੂੰ ਮੰਨਦਾ ਸੀ ਉਹ ਵਿਸ਼ਨੂੰ ਦੇ ਸੇਵਕਾਂ ਨੂੰ ਮਾੜਾ ਕਹਿੰਦਾ ਸੀ, ਜਿਹੜਾ ਵਿਸ਼ਨੂੰ ਨੂੰ ਮੰਨਦਾ ਸੀ ਉਹ ਇੰਦਰ ਦੀ ਸੇਵਾ ਦੀ ਨਿੰਦਾ ਕਰਦਾ ਸੀ। ਇੱਦਾਂ ਲੋਕ ਪਾਟ ਗਏ ਸਨ ਤੇ ਬਾਹਰਲਿਆਂ ਨੂੰ ਪਤਾ ਸੀ ਵੀ ਇਹਨਾਂ ਦੇ 'ਚ ਏਕਤਾ ਕੋਈ ਨਹੀਂ, ਉਹਨਾਂ ਨੇ ਆ ਕੇ ਦੱਬ ਲਿਆ, ਦੇਸ਼ ਗੁਲਾਮ ਹੋ ਗਿਆ। ਸਤਿਗੁਰੂ ਕਲਗੀਧਰ ਉਹਨਾਂ ਲੋਕਾਂ ਨੂੰ ਜਗਾ ਰਹੇ ਨੇ, ਕਹਿੰਦੇ ਤੁਹਾਡੇ ਜਿਹੜੇ ਰਿਸ਼ੀ ਮੁਨੀ ਸੀਗੇ ਉਹ ਤਾਂ ਕੁਝ ਹੋਰ ਕਹਿੰਦੇ ਸੀ ਤੇ ਤੁਸੀਂ ਕੁਝ ਹੋਰ ਕਹਿ ਰਹੇ ਹੋ। ਹਾਂਜੀ, ਇੱਕ ਕੋ ਛਾੜ ਅਨੇਕ ਭਜੈ। ਇੱਕ ਪਰਮਾਤਮਾ ਨੂੰ ਛੱਡ ਕੇ ਅਨੇਕਾਂ ਦੀ ਪੂਜਾ ਕਰਨ ਲੱਗ ਪਏ ਹੋ। ਸੁਖਦੇਵ ਪਰਾਸਰ ਵਿਆਸ ਝੂਠਾਨੇ। ਜਿਹੜੇ ਤੁਹਾਡੇ ਮਹਾਪੁਰਸ਼ ਕਹਿੰਦੇ ਨੇ ਵੀ ਇੱਕ ਨੂੰ ਮੰਨੋ, ਉਹਨਾਂ ਨੂੰ ਝੂਠਾ ਕਰ ਦਿੱਤਾ। ਇੱਕ ਮੰਨਣ ਵਾਸਤੇ ਸੁਖਦੇਵ ਮੁਨੀ ਉਹਨਾਂ ਨੇ ਭਾਗਵਤ ਦੀ ਕਥਾ ਕੀਤੀ ਹੈ, ਸ੍ਰੀਮਦ ਭਾਗਵਤ ਗ੍ਰੰਥ। ਭਾਵੇਂ ਉਹਦੇ 'ਚ ਅਵਤਾਰਾਂ ਦੀ, ਦੇਵੀ ਦੇਵਤਿਆਂ ਦੀ ਸਾਰੀ ਕਥਾ ਲਿਖੀ ਹੈ, ਕ੍ਰਿਸ਼ਨ ਜੀ ਦੀ ਕਥਾ ਲਿਖੀ ਹੈ, ਸਾਰੀ ਕਥਾ ਲਿਖ ਕੇ ਅੰਦਰਲਾ ਜਿਹੜਾ ਤਾਤਪਰ ਹੈ ਨਾ ਸੁਖਦੇਵ ਮੁਨੀ ਦਾ, ਉਹ ਹੈ ਵੀ ਇੱਕ ਪਰਮਾਤਮਾ ਨੂੰ ਮੰਨੋ। ਉਹ ਬੜੀ ਬਰੀਕੀ ਦੀ ਗੱਲਾਂ ਨੇ। ਉਹ ਨਾ ਉਹਨਾਂ ਗ੍ਰੰਥਾਂ ਨੂੰ ਪੜ੍ਹਦੇ ਨੇ, ਨਾ ਸੁਖਦੇਵ ਮੁਨੀ ਦੀ ਗੱਲ ਸੁਣਦੇ ਨੇ, ਨਾ ਪਰਾਸਰ ਮੁਨੀ ਦੀ ਗੱਲ ਸੁਣਦੇ ਨੇ। ਪਰਾਸਰ ਨੇ ਵੀ ਸਿਮਰਤੀਆਂ ਦੇ ਵਿੱਚ ਆਪਣੀਆਂ 'ਚ ਇਹੀ ਲਿਖਿਆ ਵੀ ਇੱਕ ਨੂੰ ਮੰਨੋ। ਵੇਦ ਵਿਆਸ ਜੀ ਨੇ ਤਾਂ ਡੰਕੇ ਦੀ ਚੋਟ ਤੇ ਕਿਹਾ ਹੈ, ਉਹ ਕਹਿੰਦੇ ਆ ਵੀ ਇੱਕ ਬ੍ਰਹਮ ਹੈ ਦੁਤੀਆ ਨਾਸਤੀ, ਦੂਜਾ ਕੁਝ ਨਹੀਂ, ਇੱਕ ਬ੍ਰਹਮ ਹੈ। ਪਰ ਵੇਦ ਵਿਆਸ ਨੂੰ ਵੀ ਝੂਠਾ ਹੀ ਮੰਨੀ ਜਾਂਦੇ ਆ। ਇਹ ਜਿਹੜੇ ਅਸਲ ਸਾਡੇ ਦੇਸ਼ ਦੇ ਅਸਲ ਮਹਾਪੁਰਸ਼ ਹੋਏ ਨੇ, ਸੁਖਦੇਵ ਮੁਨੀ, ਪਰਾਸਰ ਮੁਨੀ, ਵੇਦ ਵਿਆਸ, ਵਸ਼ਿਸ਼ਟ, ਉਹਨਾਂ ਦੀ ਤੇ ਗੱਲ ਹੀ ਨਹੀਂ ਸੁਣਦੇ। ਵਿਦਵਾਨਾਂ ਨੂੰ ਤਾਂ ਕਹਿੰਦੇ ਇਹਦੇ ਇੱਕ ਪਾਸੇ ਲਾ ਦਿਓ, ਵਿਦਵਾਨਾਂ ਨੂੰ, ਮਹਾਪੁਰਸ਼ਾਂ ਨੂੰ, ਰਿਸ਼ੀਆਂ ਨੂੰ ਤਾਂ ਖੁੰਝੇ ਲੈਣ ਲਾਤਾ ਤੇ ਪੰਡਤਾਂ ਨੇ ਉੱਥੇ ਗ੍ਰੰਥਾਂ ਦੀ ਥਾਂ ਤੇ, ਗ੍ਰੰਥਾਂ ਦੀ ਸਿੱਖਿਆ ਦੀ ਥਾਂ ਤੇ ਮੂਰਤੀਆਂ ਰੱਖ ਲਈਆਂ, ਉਹਦੀ ਪੂਜਾ ਹੋਣ ਲੱਗ ਪਈ। ਖਾਲਸਾ ਜੀ ਮਾਫ ਕਰ ਦਿਆ ਜੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖਿਆ ਨੂੰ ਅਸੀਂ ਛੱਡ ਕੇ ਅਸੀਂ ਵੀ ਇੱਧਰ ਉੱਧਰ ਬੰਦਿਆਂ ਦੇ ਮਗਰ ਲੱਗੇ ਆ ਤੇ ਹੋਰ ਚੱਕਰ ਚੱਲ ਗਿਆ। ਜਿਹੜਾ ਅਸਲ ਸਿਧਾਂਤ ਹੈ ਨਾ ਗੁਰਬਾਣੀ ਦਾ ਗੂੜਾ, ਉਹਦੀ ਖੋਜ ਨਹੀਂ ਕਰ ਰਹੇ। ਉਹ ਤਾਂ ਇੱਕ ਦੀ ਗੱਲ ਕਰਦਾ, ਅਸੀਂ ਅਨੇਕਵਾਦ 'ਚ ਫਸੇ ਹੋਏ ਆ, ਵਾਦਾਂ ਵਿਵਾਦਾਂ 'ਚ ਫਸੇ ਹੋਏ ਆ। ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ ਆ ਕਿ ਸੁਖਦੇਵ, ਪਰਾਸਰ, ਵਿਆਸ ਵਰਗੇ ਮਹਾਂਪੁਰਸ਼ਾਂ ਨੂੰ ਝੂਠੇ ਪਾ ਦਿੱਤਾ ਤੁਸੀਂ। ਕਿਉਂ? ਉਹਨਾਂ ਨੇ ਤਾਂ ਕਿਹਾ ਸੀ ਇੱਕ ਨੂੰ ਮੰਨੋ ਤੇ ਤੁਸੀਂ ਮੰਨਣ ਲੱਗ ਪਏ ਕੋਈ ਰਾਮ, ਕੋਈ ਕ੍ਰਿਸ਼ਨ, ਕੋਈ ਸ਼ਿਵ ਜੀ, ਕੋਈ ਬ੍ਰਹਮਾ, ਕੋਈ ਗਣੇਸ਼, ਕੋਈ ਹਨੂਮਾਨ, ਕੋਈ ਭੈਰੋ, ਕੋਈ ਦੇਵੀ। ਦੇਵੀਆਂ ਵੀ ਇੱਕ ਨਹੀਂ, ਕੋਈ ਵੈਸ਼ਨੂ ਹੈ, ਕੋਈ ਮਨਸਾ ਦੇਵੀ ਹੈ, ਕੋਈ ਕਾਲੀ ਦੇਵੀ ਹੈ, ਕੋਈ ਸ਼ੇਰਾਂ ਵਾਲੀ ਹੈ, ਕੋਈ ਕਿਸੇ ਤਰ੍ਹਾਂ ਦੀ ਹੈ। ਉਹਨਾਂ ਰੂਪਾਂ ਨੂੰ ਵੱਖ-ਵੱਖ ਪੂਜਣ ਲੱਗ ਪਏ। ਜਿਹੜਾ ਉਹਨਾਂ ਦੇ ਵਿੱਚ ਤੱਤ ਸੀਗਾ ਇੱਕ ਪਰਮਾਤਮਾ ਦੀ ਜੋਤ ਦਾ, ਉਹ ਭੁੱਲ ਗਏ, ਉਹ ਕਨਸੈਪਟ ਹੀ ਛੱਡ ਦਿੱਤਾ। ਫੋਕਟ ਧਰਮ ਸਜੇ ਸਭ ਹੀ। ਮਹਾਰਾਜ ਕਹਿੰਦੇ ਇਹਨਾਂ ਲੋਕਾਂ ਨੇ ਫੋਕਟ ਧਰਮ ਬਣਾ ਲਏ ਨੇ, ਆਪਣੇ ਆਪਣੇ ਮਤ ਬਣਾ ਲਏ ਨੇ, ਆਪਣੇ ਆਪਣੇ ਧਰਮਾਂ ਦੇ ਅਨੁਸਾਰ ਆਪਣੇ ਆਪਣੇ ਵੱਖਰੇ ਵੱਖਰੇ ਸੰਪਰਦਾ ਬਣਾ ਕੇ ਉਹਨੂੰ ਧਰਮ ਦਾ ਨਾਂ ਦਿੱਤਾ ਹੋਇਆ ਹੈ। ਹਮ ਏਕ ਹੀ ਕੋ ਬਿਦ ਨੇਕ ਪ੍ਰਮਾਨੇ। ਅਸੀਂ ਇੱਕ ਪਰਮਾਤਮਾ ਨੂੰ ਹੀ, ਇੱਕ ਵਾਹਿਗੁਰੂ ਨੂੰ ਹੀ ਪ੍ਰਮਾਣ ਕੀਤਾ ਹੈ। ਅਸੀਂ ਇੱਕੋ ਨੂੰ ਮੰਨਦੇ ਹਾਂ, ਇੱਕ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਨਹੀਂ ਜਾਣਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਕਈ ਲੋਕ ਇਹ ਕਹਿੰਦੇ ਆ ਜੀ ਦਸਮ ਦੀ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਗੱਲਾਂ ਨੇ ਜੀ, ਅਵਤਾਰਾਂ ਦੀਆਂ ਗੱਲਾਂ ਨੇ ਜੀ। ਉਹ ਭਲੇ ਮਾਨਸੋ ਕਦੀ ਪੜ੍ਹ ਕੇ ਤਾਂ ਦੇਖੋ ਦਸਮ ਦੀ ਬਾਣੀ,
ਮਹਾਰਾਜ ਕਹਿੰਦੇ ਅਸੀਂ ਬਹੁਤ ਦੇਵਵਾਦ ਛੱਡ ਕੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸਿਰਿ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਤੱਤ ਦੇ ਉੱਤੇ ਆ ਗਏ ਮਹਾਰਾਜ। ਕਿਉਂਕਿ ਜਦੋਂ ਕੋਈ ਗੱਲ, ਹੁਣ ਦੇਖੋ ਕੰਟਾ ਕਥਾ ਹੋਈ ਹੈ, ਤੁਸੀਂ ਸੁਣੀ ਹੈ, ਤੁਹਾਨੂੰ ਕਿੰਨੀਆਂ ਸਾਖੀਆਂ ਸਾਨੂੰ ਸੁਣਾਉਣੀਆਂ ਪਈਆਂ। ਕ੍ਰਿਸ਼ਨ ਜੀ ਦੇ ਜਨਮ ਦੀ ਸੁਣਾਉਣੀ ਪਈ ਹੈ, ਤੁਹਾਨੂੰ ਦੁਰਵਾਸ਼ਾ ਦੇ ਸ਼ਰਾਪ ਦੀ ਗੱਲ ਸੁਣਾਉਣੀ ਪਈ ਹੈ, ਤੁਹਾਨੂੰ ਰਾਮਚੰਦਰ ਜੀ ਦੁਆਰਾ ਸੁਗਰੀਵ ਨੂੰ, ਬਾਲੀ ਨੂੰ ਮਾਰਨ ਦੀ ਗੱਲ ਸੁਣਾਉਣੀ ਪਈ ਹੈ। ਕਿਉਂ ਸੁਣਾਉਣੀ ਪਈ ਹੈ? ਵੀ ਆਹ ਦੋ ਸਵਈਆਂ ਦੀ ਗੱਲ ਖੋਲਣੀ ਸੀਗੀ। ਪਰ ਜੇ ਇੱਥੇ ਆਉਣ ਤੋਂ ਪਹਿਲਾਂ ਹੀ ਆਪਾਂ ਉਲਝ ਜਾਈਏ, ਉਹਨਾਂ ਕਹਾਣੀਆਂ ਨੂੰ ਫੜ ਕੇ ਬਹਿ ਜਾਈਏ, ਇੱਥੇ ਨਾ ਪਹੁੰਚੀਏ ਤੇ ਫਿਰ ਭੰਬਲ ਪੂਸਾ ਪਏਗਾ। ਅਸਲ ਗੱਲ ਇਹ ਜੇ ਅਸੀਂ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਦੇ ਸਿਰੇ ਤੇ ਪਹੁੰਚਦੇ ਨਹੀਂ, ਉਹ ਪਹਿਲੀਆਂ ਗੱਲਾਂ ਲੈ ਗਿਆ ਜੀ ਦੇਖੋ ਕੀ ਲਿਖਿਆ, ਦੇਵੀ ਬਾਰੇ ਲਿਖਿਆ ਜੀ, ਆ ਰਾਮਚੰਦਰ ਦੀ ਉਪਮਾ ਲਿਖਤੀ ਆ, ਕ੍ਰਿਸ਼ਨ ਦੀ ਲਿਖ ਦਿੱਤੀ ਹੈ। ਅਖੀਰ ਜਾ ਕੇ ਤੱਤ ਪੂਰੀ ਗੱਲ ਸੁਣੋ ਤਾਂ ਸਹੀ। ਕੋਈ ਵੀ ਗੱਲ ਜਿੰਨਾ ਚਿਰ ਪੂਰੀ ਨਹੀਂ ਨਾ ਸੁਣਦੇ ਉਹਨਾਂ ਚਿਰ ਉਹਦਾ ਗਿਆਨ ਨਹੀਂ ਹੁੰਦਾ। ਅਧੂਰਾ ਗਿਆਨ ਜਿਹੜਾ ਹੈ ਹਰ ਵਾਰੀ ਨੁਕਸਾਨ ਕਰਦਾ ਹੈ। ਸਾਡੇ ਪੰਥ ਵਿੱਚ ਵੀ ਇਹੀ ਹੋ ਰਿਹਾ ਵੀ ਅਸੀਂ ਪੂਰੀ ਗੱਲ ਨਾ ਸੁਣਨ ਜੋਗੇ ਹਾਂ, ਨਾ ਸੁਣਦੇ ਹਾਂ, ਨਾ ਬਹਿੰਦੇ ਹਾਂ। ਗੁਰੂ ਕਿਰਪਾ ਕਰੇ। ਸ੍ਰੀ ਕਲਗੀਧਰ ਪਾਤਸ਼ਾਹ ਦੇ ਬਚਨ ਸਤਿਗੁਰੂ ਕਹਿ ਰਹੇ ਨੇ, ਡੰਕੇ ਦੀ ਚੋਟ ਤੇ ਭਾਰਤ ਵਾਸੀਆਂ ਨੂੰ ਕਿਸੇ ਧਰਮ ਦਾ ਮਹਾਰਾਜ ਦਿਲ ਨਹੀਂ ਦੁਖਾ ਰਹੇ, ਕਿਸੇ ਹਿੰਦੂ ਮੁਸਲਮਾਨ ਨੂੰ ਸੱਟ ਨਹੀਂ ਮਾਰ ਰਹੇ, ਬਲਕਿ ਉਹਨਾਂ ਨੂੰ ਕਹਿੰਦੇ ਓਏ ਅੱਗੇ ਚੱਲੋ, ਉਸ ਪਰਮਾਤਮਾ ਨਾਲ ਜੁੜੋ, ਉਸ ਪਰਮਾਤਮਾ ਨੂੰ ਪਾਓ, ਆਪਣੀ ਮੁਕਤੀ ਦਾ ਕੋਈ ਰਾਹ ਖੋਲੋ। ਕਿਉਂ ਤੁਸੀਂ ਦੇਵੀ ਦੇਵਤਿਆਂ ਦੇ ਚੱਕਰ 'ਚ ਪੈ ਕੇ ਇੱਕ ਦੂਜੀ ਦੀਆਂ ਲੱਤਾਂ ਖਿੱਚੀ ਜਾਂਦੇ ਹੋ ਤੇ ਗੁਲਾਮੀ ਦੀ ਸੰਗਲ ਆਪਣੇ ਗਲ 'ਚ ਪਾਈ ਹੋਈ ਹੈ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੁਣੀਏ, ਅਖੀਰਲੀਆਂ ਪੰਕਤੀਆਂ, ਫਿਰ ਸਮਾਪਤੀ ਹੈ ਜੀ। ਏਕ ਕੋ ਛਾੜ ਅਨੇਕ ਭਜੈ ਸੁਖ ਦੇਵ ਪਰਾਸਰ ਬਿਆਸ ਝੂਠਾਨਿਓ। ਫੋਕਟ ਧਰਮ ਸਜੇ ਸਭ ਹੀ ਹਮ ਏਕ ਹੀ ਕੋ ਬਿਦ ਨੈਕ ਪਰਮਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।